ਜਿਹਨੂੰ ਅਸੀਂ ਪੀ ਲੈਂਦੇ ਆ ਤਾਂ 3 ਦਿਨਾਂ ਦੇ ਵਿੱਚ ਜਿਹੜਾ ਪੀਲੀਆ ਹੈ ਉਹ ਠੀਕ ਹੋ ਜਾਏਗਾ। ਉਹ ਜਦੋਂ ਤੁਸੀਂ ਰੀਸੈਂਟ ਲਿਟਰੇਚਰ ਇਹਦਾ ਚੈੱਕ ਕਰੋਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਪੌਦੇ ਦਾ ਜਿਹੜਾ ਇਲਾਜ ਆ ਉਹ ਏਡਜ਼ ਨੂੰ ਕੰਟਰੋਲ ਕਰਨ ਲਈ ਵੀ ਕੀਤਾ ਜਾ ਰਿਹਾ। ਔਰ ਸਰਪਗੰਧਾ ਜਿਹੜਾ ਹੈ ਸੱਪ ਦੇ ਕੱਟੇ ਦੀ ਫਸਟ ਏਡ ਵੀ ਹੈ। ਤੁਸੀਂ ਦੇਖ ਰਹੇ ਹੋ ਕਿੰਨੇ ਸੋਹਣੇ ਇਹਨੂੰ ਫਰੂਟ ਆਏ ਹੋਏ ਨੇ। ਸੋ ਅਗਰ ਅਸੀਂ ਇਹਨੂੰ ਗਮਲੇ 'ਚ ਲਾ ਕੇ ਰੱਖੀਏ ਤਾਂ ਇੱਕ ਆਰਨਾਮੈਂਟਲ ਪਲਾਂਟ ਵੀ ਹੈ ਤੇ ਇੱਕ ਮੈਡੀਸਨਲ ਪਲਾਂਟ ਵੀ। ਜਿਹੜਾ ਪਹਿਲਾ ਪੌਦਾ ਹੈ ਕਾਲਾ ਬਾਂਸਾ ਦਾ। ਕਾਲੇ ਬਾਂਸੇ ਦੀ ਗੱਲ ਕਰ ਲਈਏ ਤਾਂ ਹਿਸਟਰੀ 'ਚ ਕਿਹਾ ਜਾਂਦਾ ਹੈ ਕਿ ਜਿਹੜੇ ਹਨੂਮਾਨ ਜੀ ਨੇ ਉਹਨਾਂ ਨੂੰ ਜਦੋਂ ਖਾਂਸੀ ਛਿੜਦੀ ਹੈ ਤਾਂ ਵੈਦ ਉਹਨਾਂ ਨੂੰ ਇਹ ਪੱਤਾ ਦਿੰਦਾ ਤੇ ਇਹਦੇ ਨਾਲ ਉਹਨਾਂ ਦੀ ਖਾਂਸੀ ਠੀਕ ਹੋ ਜਾਂਦੀ। ਇਹ ਪਾਰਜ਼ਾਤ ਦਾ ਪੌਦਾ ਹੈ ਔਰ ਹਿਸਟਰੀ ਦੇ ਵਿੱਚ ਵੀ ਅਗਰ ਅਸੀਂ ਦੇਖਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਇਹ ਪੌਦਾ ਸਾਗਰ ਮੰਥਨ ਦੇ ਵਿੱਚੋਂ ਨਿਕਲਿਆ ਹੋਇਆ। ਤੇ ਦੂਜੀ ਇਹਦੀ ਖਾਸ ਗੱਲ ਕੀ ਹੈ ਕਿ ਕਹਿੰਦੇ ਨੇ ਕ੍ਰਿਸ਼ਨ ਜੀ ਇਹਨੂੰ ਸਵਰਗ ਤੋਂ ਲੈ ਕੇ ਆਏ ਸੀ। ਸਿੱਖ ਧਰਮ 'ਚ ਵੀ ਦੇਖਦੇ ਹਾਂ ਤਾਂ ਸਵੇਰੇ ਆਸਾ ਦੀ ਵਾਰ ਦੇ ਵਿੱਚ ਆਉਂਦਾ ਹੈ ਪਾਰਜ਼ਾਤ ਗੋਪੀ ਲੈ ਆਇਆ ਵਰਿੰਦਾਵਨ ਮੇ ਰੰਗ ਕੀਆ। ਕੋਈ ਵੀ ਬੁਖਾਰ ਹੋਵੇ ਜਿਹੜਾ ਨਾ ਉਤਰਦਾ ਹੋਵੇ ਇਹਦੇ ਪੱਤੇ ਖਾ ਲਓ ਉਤਰ ਜਾਏਗਾ। ਈਵਨ ਜੁਆਇੰਟ ਪੇਨਸ ਦੇ ਲਈ ਇਹਦੇ ਪੱਤੇ ਜਿਹੜੇ ਆ ਉਹ ਵਰਤੇ ਜਾ ਸਕਦੇ। ਗੁਰੂ ਹਰਰਾਏ ਸਾਹਿਬ ਵੱਲੋਂ ਬਣਾਇਆ ਗਿਆ 9 ਲੱਖਾ ਬਾਗ, ਉਹਦੇ ਵਿੱਚੋਂ ਜਿਹੜੀ ਮੈਡੀਸਨ ਜਾਂਦੀ ਹੈ ਦਾਰਾਸ਼ਕੋ ਨੂੰ ਤੇ ਉਹ ਉਸ ਮੈਡੀਸਨ ਤੋਂ ਠੀਕ ਹੁੰਦੇ ਨੇ। ਇਹ ਰੋਜ਼ਮੈਰੀ ਹੈ। ਰੋਜ਼ਮੈਰੀ ਦੀ ਖਾਸ ਗੱਲ ਕੀ ਹੈ ਕਿ ਜਿੰਨੇ ਇਟਾਲੀਅਨਸ ਨੇ ਉਹ ਆਪਣੇ ਖਾਣੇ 'ਚ ਇਹਨੂੰ ਵਰਤਦੇ ਨੇ। ਦੂਜਾ ਇਹ ਹੈ ਕਿ ਇਹ ਖੁਸ਼ਬੂ ਦੇ ਪੱਖੋਂ ਇਹਦੇ ਵਿੱਚ ਦੀਆਂ ਕਈ ਪਰਫਿਊਮ ਬਣਦੀਆਂ ਨੇ। ਸੋ ਅਗਰ ਤੁਸੀਂ ਇਹਦੇ ਪੱਤੇ ਤੋੜ ਕੇ ਖੁਸ਼ਬੂ ਦੇਖੋ ਤਾਂ ਇਹਦੀ ਖੁਸ਼ਬੂ ਹੀ ਅਲੱਗ ਹੈ। ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਜੜੀਆਂ ਬੂਟੀਆਂ ਹੈਗੀਆਂ ਨੇ ਜਿਹੜੀਆਂ ਦਾਰਾਸ਼ਕੋ ਨੂੰ ਵੀ ਸਹੀ ਕਰ ਚੁੱਕੀਆਂ ਨੇ। ਸੋ ਇਹਦਾ ਮਤਲਬ ਇਹ ਹੈ ਕਿ ਸਾਨੂੰ ਇਹਨਾਂ ਬੂਟਿਆਂ ਨੂੰ ਸੰਭਾਲਣ ਦੀ ਲੋੜ ਹੈ ਔਰ ਇਹਨਾਂ ਵਿੱਚ ਕਈ ਇਹੋ ਜਿਹੇ ਤੱਤ ਨੇ ਜਿਹੜੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ। ਪਾਸੇ ਹਿੰਦੂ ਧਰਮ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਲਕਸ਼ਮਣ ਜੀ ਨੂੰ ਜਦੋਂ ਕੋਈ ਮੈਡੀਸਨ ਨਹੀਂ ਮਿਲਦੀ ਤਾਂ ਆਯੁਰਵੈਦਿਕ ਮੈਡੀਸਨ ਦੇ ਨਾਲ ਉਹ ਜਿਹੜੇ ਨੇ ਸੰਜੀਵਨੀ ਬੂਟੀ ਦੇ ਨਾਲ ਠੀਕ ਹੁੰਦੇ ਨੇ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਕਾਦਰ ਦੀ ਇਸ ਕੁਦਰਤ ਵਿੱਚ ਦੋਸਤੋ ਬਹੁਤ ਸਾਰਾ ਕੁਝ ਅਜਿਹਾ ਆ ਜਿਹਨੂੰ ਹੁਣ ਅਸੀਂ ਸਮਿਆਂ ਦੇ ਹਿਸਾਬ ਨਾਲ ਅੱਖੋਂ ਪਰੋਖੀ ਕੀਤਾ ਹੋਇਆ। ਗੱਲ ਜੇ ਸਾਡੇ ਆਲੇ ਦੁਆਲੇ ਦੇ ਵਿੱਚ ਖੇਤਾਂ ਬੰਨਿਆਂ ਤੋਂ ਲੈ ਕੇ ਜੰਗਲਾਂ ਜਾਂ ਫਿਰ ਖਾਲੀ ਪਈਆਂ ਥਾਵਾਂ ਦੇ ਉੱਤੇ ਉੱਗੇ ਹੋਏ ਉਹਨਾਂ ਬੂਟਿਆਂ ਦੀ ਗੱਲ ਕਰ ਲਈ ਜਾਵੇ, ਜੜੀਆਂ ਬੂਟੀਆਂ ਦੀ ਗੱਲ ਕਰ ਲਈ ਜਾਵੇ ਤਾਂ ਅੱਜ ਸਾਨੂੰ ਉਹਨਾਂ ਦੀ ਪਛਾਣ ਨਹੀਂ ਹੈਗੀ। ਬਹੁਤ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਸਾਡੇ ਕੰਮ ਆਉਣ ਵਾਲੀਆਂ ਸੀਗੀਆਂ, ਜਿਹੜੀਆਂ ਸਾਡੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ, ਜਿਨ੍ਹਾਂ ਤੋਂ ਸਾਡੀ ਇੱਕ ਬਜ਼ੁਰਗ ਪੀੜ੍ਹੀ ਸੀਗੀ ਉਹ ਫਾਇਦਾ ਲੈਂਦੀ ਸੀਗੀ। ਘਰਾਂ ਦੇ ਵਿੱਚ ਦੇਸੀ ਟੋਟਕਿਆਂ ਦੇ ਹਿਸਾਬ ਨਾਲ ਜਾਂ ਗੱਲ ਕਰ ਲਈ ਜਾਵੇ ਕਿ ਇਸ ਤਰੀਕੇ ਨਾਲ ਫਾਇਦੇ ਲੈਂਦੀ ਸੀ ਕਿ ਹਰੇਕ ਹੀ ਆਪਣੇ ਘਰ ਦਾ ਹਕੀਮ ਹੁੰਦਾ ਸੀ। ਪਰ ਸਮਾਂ ਅਜਿਹਾ ਆਇਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਵਿਸਾਰ ਦਿੱਤਾ, ਬਿਲਕੁਲ ਭੁੱਲ ਗਏ ਹਾਂ। ਪਰ ਅੱਜ ਅਸੀਂ ਇਸੇ ਬਾਬਤ ਹੀ ਗੱਲਬਾਤ ਕਰਾਂਗੇ ਕਿ ਸਾਡੇ ਆਲੇ ਦੁਆਲੇ ਚੁਗਿਰਦ ਦੇ ਵਿੱਚ ਖੜੇ ਹੋਏ ਅਨੇਕਾਂ ਉਹ ਬੂਟੇ, ਅਨੇਕਾਂ ਜੜੀਆਂ ਬੂਟੀਆਂ ਤੇ ਅਨੇਕਾਂ ਉਹ ਰੁੱਖ, ਉਹਨਾਂ ਦਾ ਸਾਡੇ ਜੀਵਨ ਵਿੱਚ ਅੱਜ ਵੀ ਕਿੰਨਾ ਮਹੱਤਵ ਹੈ ਉਸ ਬਾਰੇ ਗੱਲਬਾਤ ਕਰਾਂਗੇ। ਮੈਂ ਇਸ ਟਾਈਮ ਖੜੋਤਾ ਹਾਂ ਮਾਤਾ ਗੁਜਰੀ ਕਾਲਜ ਦੇ ਵਿਹੜੇ ਫਤਿਹਗੜ੍ਹ ਸਾਹਿਬ ਦੇ ਵਿੱਚ, ਜਿੱਥੇ ਐਗਰੀਕਲਚਰ ਡਿਪਾਰਟਮੈਂਟ ਦੇ ਅਸਿਸਟੈਂਟ ਪ੍ਰੋਫੈਸਰ ਸਰਦਾਰ ਜੁਝਾਰ ਸਿੰਘ ਜੀ ਮੇਰੇ ਨਾਲ ਨੇ, ਜੋ ਇਹਨਾਂ ਚੀਜ਼ਾਂ ਦੇ ਬਾਰੇ ਹੀ ਸਾਡੇ ਨਾਲ ਗੱਲਬਾਤ ਕਰਨਗੇ। ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਹੈ ਪ੍ਰੋਫੈਸਰ ਸਾਹਿਬ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਫੈਸਰ ਸਾਹਿਬ, ਗੱਲ ਆਪਾਂ ਕਰਦੇ ਹਾਂ, ਅਸੀਂ ਤੁਹਾਡੇ ਆ ਬੋਟੈਨੀਕਲ ਗਾਰਡਨ ਦੇ ਵਿੱਚ ਇਸ ਟਾਈਮ ਖੜੇ ਹਾਂ। ਕਿਸ ਤਰੀਕੇ ਇਹ ਜਿਹੜੀਆਂ ਬੂਟੀਆਂ ਦਾ ਸਾਡੀ ਜ਼ਿੰਦਗੀ 'ਚ ਮਹੱਤਵ ਹੈ ਤੇ ਫਿਰ ਇਹ ਕੀ ਇਹੋ ਜਿਹੇ ਕਾਰਨ ਬਣੇ ਕਿ ਹੁਣ ਲੋਕ ਇਹਨਾਂ ਨੂੰ ਵਿਸਾਰਦੇ ਜਾ ਰਹੇ ਆ ਜਦੋਂ ਕਿ ਅੱਜ ਵੀ ਇਹਨਾਂ ਦੀ ਅਹਿਮ ਲੋੜ ਹੈ? ਨਹੀਂ, ਬਿਲਕੁਲ ਜਿਹੜੀਆਂ ਗੱਲਾਂ ਤੁਸੀਂ ਕਿਹਾ ਇਹ ਬਿਲਕੁਲ ਸਹੀ ਨੇ ਕਿ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵ ਹੈ। ਦੇਖੋ, ਜਦੋਂ ਅਸੀਂ ਹਿਸਟਰੀ 'ਚ ਜਾਂਦੇ ਹਾਂ ਤਾਂ 2 ਗੱਲਾਂ ਮੈਂ ਸਿਰਫ ਕਰਾਂਗਾ ਕਿ ਉੱਥੋਂ ਹੀ ਸਾਨੂੰ ਇਹਨਾਂ ਦੀ ਇੰਪੋਰਟੈਂਸ ਪਤਾ ਲੱਗ ਜਾਂਦੀ ਹੈ। ਇੱਕ ਪਾਸੇ ਹਿੰਦੂ ਧਰਮ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਲਕਸ਼ਮਣ ਜੀ ਨੂੰ ਜਦੋਂ ਕੋਈ ਮੈਡੀਸਨ ਨਹੀਂ ਮਿਲਦੀ ਤਾਂ ਆਯੁਰਵੈਦਿਕ ਮੈਡੀਸਨ ਦੇ ਨਾਲ ਉਹ ਜਿਹੜੇ ਨੇ ਸੰਜੀਵਨੀ ਬੂਟੀ ਦੇ ਨਾਲ ਠੀਕ ਹੁੰਦੇ ਨੇ। ਦੂਜੇ ਪਾਸੇ ਗੁਰੂ ਹਰਰਾਏ ਸਾਹਿਬ ਵੱਲੋਂ ਬਣਾਇਆ ਗਿਆ 9 ਲੱਖਾ ਬਾਗ, ਉਹਦੇ ਵਿੱਚੋਂ ਜਿਹੜੀ ਮੈਡੀਸਨ ਜਾਂਦੀ ਹੈ ਦਾਰਾਸ਼ਕੋ ਨੂੰ ਤੇ ਉਹ ਉਸ ਮੈਡੀਸਨ ਤੋਂ ਠੀਕ ਹੁੰਦੇ ਨੇ। ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਜੜੀਆਂ ਬੂਟੀਆਂ ਹੈਗੀਆਂ ਨੇ ਜਿਹੜੀਆਂ ਦਾਰਾਸ਼ਕੋ ਨੂੰ ਵੀ ਸਹੀ ਕਰ ਚੁੱਕੀਆਂ ਨੇ।
ਸੋ ਇਹਦਾ ਮਤਲਬ ਇਹ ਹੈ ਕਿ ਸਾਨੂੰ ਇਹਨਾਂ ਬੂਟਿਆਂ ਨੂੰ ਸੰਭਾਲਣ ਦੀ ਲੋੜ ਹੈ, ਔਰ ਇਹਨਾਂ ਵਿੱਚ ਕਈ ਇਹੋ ਜਿਹੇ ਤੱਤ ਨੇ ਜਿਹੜੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਨੇ। ਬਹੁਤ ਸਾਰੇ ਬੂਟੇ ਸਾਡੇ ਆਲੇ ਦੁਆਲੇ ਘਰਾਂ ਦੇ ਕੋਲੇ ਵੀ ਉੱਗੇ ਹੁੰਦੇ ਆ, ਖੇਤ ਬੰਨੇ ਜਾਂਦੇ ਆ ਉੱਥੇ ਵੀ ਉੱਗੇ ਹੁੰਦੇ ਆ, ਖਾਲੀ ਪਈਆਂ ਥਾਵਾਂ ਦੇ ਉੱਤੇ ਵੀ ਉੱਗੇ ਹੁੰਦੇ ਆ। ਉਹਨਾਂ ਵਿੱਚੋਂ ਕਿਹੜੇ ਬੂਟੇ ਆ ਜਿਹੜੇ ਬਹੁਤ ਸਾਰੇ ਹੈ ਤਾਂ ਆਮ ਹੈ ਪਰ ਸਾਨੂੰ ਉਹਨਾਂ ਦੀ ਪਛਾਣ ਨਹੀਂ, ਉਹਨਾਂ ਬਾਰੇ ਜ਼ਰੂਰ ਦੱਸੋ। ਇਸ ਤਰ੍ਹਾਂ ਹੈਗਾ, ਕਾਫੀ ਬੂਟੇ ਨੇ ਜਿਨ੍ਹਾਂ ਨੂੰ ਆਪਾਂ ਅੱਗੇ ਦੇਖਾਂਗੇ ਵੀ। ਉਹਨਾਂ ਵਿੱਚ ਅਗਰ ਅਸੀਂ ਗੱਲ ਕਰਦੇ ਹਾਂ, ਲੋਕਲ ਭਾਸ਼ਾ 'ਚ ਗੱਲ ਕਰਾਂਗਾ ਤਾਂ ਕਿ ਸਾਰਿਆਂ ਨੂੰ ਈਜ਼ੀਲੀ ਸਮਝ ਲੱਗ ਸਕੇ। ਇੱਕ ਪੌਦਾ ਜਿਹਨੂੰ ਫਤਿਹਗੜ੍ਹ ਸਾਹਿਬ ਦੀ ਲੋਕਲ ਭਾਸ਼ਾ ਦੇ ਵਿੱਚ ਗਦੀ ਬੂਟੀ ਕਿਹਾ ਜਾਂਦਾ ਹੈ, ਉਹ ਅਸੀਂ ਤੁਹਾਨੂੰ ਦਿਖਾਵਾਂਗੇ ਅੱਗੇ। ਉਹਦੇ ਨਾਲ ਈਵਨ ਜਿਹੜਾ ਫੈਟੀ ਲੀਵਰ ਹੈ ਉਹ ਵੀ ਠੀਕ ਹੁੰਦਾ ਹੈ, ਜੇ ਕਿਸੇ ਨੂੰ ਭੁੱਖ ਨਹੀਂ ਲੱਗਦੀ ਉਹਨੂੰ ਵੀ ਠੀਕ ਕਰੇਗਾ। ਇਸ ਤੋਂ ਬਾਅਦ ਇੱਕ ਯੂਫੋਰਬੀਆ, ਯਾਨੀ ਕਿ ਉਹਨੂੰ ਲੋਕਲ ਭਾਸ਼ਾ ਦੇ ਵਿੱਚ ਜਿਹੜਾ ਕਿਹਾ ਜਾਂਦਾ ਹਜ਼ਾਰਦਾਨੀ ਕਿਹਾ ਜਾਂਦਾ ਹੈ। ਜਿਹਨੂੰ ਪੀਲੀਆ ਠੀਕ ਨਹੀਂ ਹੁੰਦਾ, ਸਿਰਫ 3 ਦਿਨ ਅਗਰ ਉਹਦੀ ਮੈਡੀਸਨ ਲੈਂਦਾ ਤਾਂ 3 ਦਿਨਾਂ 'ਚ ਪੀਲੀਆ ਠੀਕ ਹੋ ਜਾਂਦਾ। ਉਸ ਤੋਂ ਬਾਅਦ ਅਸ਼ਵਗੰਧਾ ਦਾ ਨਾਮ ਆਪਾਂ ਸਾਰਿਆਂ ਨੇ ਸੁਣਿਆ, ਔਰ ਅਸ਼ਵਗੰਧਾ ਮੈਕਸਿਮਮ ਦਵਾਈਆਂ 'ਚ ਪੈਂਦਾ, ਈਵਨ ਚਮਨਪ੍ਰਾਸ਼ ਦਾ ਇੱਕ ਕਨਸਟੀਚੁਐਂਟ ਹੈ ਉਹ। ਤੇ ਉਹ ਵੀ ਇੱਕ ਇਹੋ ਜਿਹਾ ਪੌਦਾ ਹੈ ਜਿਹੜਾ ਪੰਜਾਬ ਦੇ ਵਿੱਚ ਇਸ ਏਰੀਏ ਦੇ ਵਿੱਚ ਜੰਗਲੀ ਉੱਗਦਾ, ਜਿਹਨੂੰ ਅਸੀਂ ਵਰਤ ਸਕਦੇ ਹਾਂ। ਇਸੇ ਤਰ੍ਹਾਂ ਪੰਜਾਬ 'ਚ ਕਈ ਹੋਰ ਦਰਖਤ ਨੇ ਜਿਹੜੇ ਮੈਡੀਸਨ ਲਈ ਯੂਜ਼ ਕੀਤੇ ਜਾ ਸਕਦੇ ਨੇ, ਵਾਈਲਡ ਨੇ, ਉਹ ਬਹੁਤ ਜ਼ਿਆਦਾ, ਮਤਲਬ ਉਹਦੀ ਲਿਸਟ ਹੈ। ਕੜੀ ਪੱਤਾ ਲੈ ਲਓ ਤੁਸੀਂ, ਨਿੰਮ ਲੈ ਲਓ, ਕਈ ਦਵਾਈਆਂ ਦੇ ਵਿੱਚ ਅਸੀਂ ਵਰਤ ਸਕਦੇ ਹਾਂ। ਅਸੀਂ ਅੱਗੇ ਚੱਲਾਂਗੇ ਪ੍ਰੋਫੈਸਰ ਸਾਹਿਬ ਦੇ ਨਾਲ ਦੇਖਦੇ ਹੋਏ ਜਿਹੜੇ ਇਹ ਸਾਰੇ ਪਲਾਂਟਸ ਨੇ। ਮੈਂ ਕਹਿਣਾ ਚਾਹੂੰਗਾ ਕਿ ਨਾਲ ਨਾਲ ਆਪਾਂ ਦੱਸਦੇ ਜਾਈਏ ਕਿ ਕੁਝ ਪਲਾਂਟ ਸਾਡੇ ਨਾਲ ਖੜੇ ਨੇ, ਇਹਨਾਂ ਦਾ ਕੀ ਮਹੱਤਵ ਆ, ਉਵੇਂ ਤੁਸੀਂ ਦੱਸਦੇ ਜਾਓ। ਦੇਖੋ, ਜਿਹੜਾ ਪਹਿਲਾ ਪੌਦਾ ਹੈ ਕਾਲਾ ਬਾਂਸਾ ਦਾ ਹੈ। ਕਾਲੇ ਬਾਂਸੇ ਦੀ ਗੱਲ ਕਰ ਲਈਏ ਤਾਂ ਹਿਸਟਰੀ 'ਚ ਕਿਹਾ ਜਾਂਦਾ ਹੈ ਕਿ ਜਿਹੜੇ ਹਨੂਮਾਨ ਜੀ ਨੇ, ਉਹਨਾਂ ਨੂੰ ਜਦੋਂ ਖਾਂਸੀ ਛਿੜਦੀ ਹੈ ਤਾਂ ਵੈਦ ਉਹਨਾਂ ਨੂੰ ਇਹ ਪੱਤਾ ਦਿੰਦਾ ਤੇ ਇਹਦੇ ਨਾਲ ਉਹਨਾਂ ਦੀ ਖਾਂਸੀ ਠੀਕ ਹੋ ਜਾਂਦੀ ਹੈ, ਔਰ ਇਹ ਬਹੁਤ ਵਧੀਆ ਇਲਾਜ ਹੈ ਖਾਂਸੀ ਦੇ ਲਈ। ਔਰ ਕਾਲਾ ਬਾਂਸਾ ਅੱਜ ਬਹੁਤ ਰੇਅਰ ਪਲਾਂਟ ਬਣ ਗਿਆ, ਜ਼ਿਆਦਾਤਰ ਇਹ ਮਿਲਦਾ ਵੀ ਨਹੀਂ। ਸੋ ਇਹਨਾਂ ਪੌਦਿਆਂ ਨੂੰ ਹੁਣ ਬਚਾਉਣ ਦੀ ਲੋੜ ਹੈ, ਬਚਾਉਣ ਦੀ ਲੋੜ ਹੈ ਜੀ। ਸੋ ਨੈਕਸਟ ਪੌਦਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਤੁਲਸੀ ਦਾ ਪੌਦਾ ਹੈ। ਤੁਲਸੀ ਆਮ ਘਰਾਂ ਦੇ ਵਿੱਚ ਅਸੀਂ ਲਗਾਉਂਦੇ ਹਾਂ, ਪਰ ਇਹਦੀ ਅੱਜ ਇੱਕ ਨਵੀਂ ਮੈਡੀਸਨਲ ਵੈਲਿਊ ਤੁਹਾਨੂੰ ਦੱਸਣ ਲੱਗਿਆ ਕਿ ਜਿਹੜਾ ਸੱਪ ਕੱਟਦਾ ਉਹਦੀ ਫਰਸਟ ਏਡ ਵੀ ਤੁਲਸੀ ਹੈ। ਤੁਸੀਂ ਇਹ ਦੇਖੋ ਕਿ ਤੁਲਸੀ ਨੂੰ ਘਰ ਦੇ ਮੂਹਰੇ ਲਾਉਣ ਦੇ ਵਿੱਚ ਇੱਕ ਸਾਇੰਟੀਫਿਕ ਪੱਖ ਕੀ ਸੀ ਕਿ ਇਹਦੀਆਂ ਜਿੰਨੀਆਂ ਮੈਡੀਸਨਲ ਵੈਲਿਊ ਨੇ ਉਹ ਸਾਨੂੰ ਯਾਦ ਰਹਿਣ। ਬੁਖਾਰ ਦਾ ਤੋੜ ਇਹ ਹੈ, ਖਾਂਸੀ ਜ਼ੁਕਾਮ 'ਚ ਅਸੀਂ ਇਹਨੂੰ ਵਰਤਦੇ ਹਾਂ। ਈਵਨ ਤੁਲਸੀ ਦੇ ਪੱਤਿਆਂ ਨੂੰ ਜੇਕਰ ਅਸੀਂ ਕਾੜ ਕੇ ਪੀਂਦੇ ਰਹੀਏ ਤਾਂ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ ਜੀ। ਤੁਲਸੀ ਦਾ ਕਾੜਾ ਤਾਂ ਆਮ ਵੀ ਜਦੋਂ ਹੁਣ ਸਿਆਲ ਦੇ ਦਿਨ ਆਉਂਦੇ ਆ ਡਾਕਟਰ ਕਹਿ ਦਿੰਦੇ ਆ, ਜਦੋਂ ਦਾ ਡੇਂਗੂ ਦੀ ਗੱਲ ਕਰ ਲੈਂਦੇ ਆ, ਜਾਂ ਫਿਰ ਜਦੋਂ ਦਾ ਆਹ ਬਿਮਾਰੀਆਂ ਨਵੀਆਂ ਸਾਡੇ ਕੋਲ ਮਹਾਮਾਰੀ ਆਈ ਹੈ ਕਰੋਨਾ ਵਾਲੀ, ਉਦੋਂ ਦਾ ਬਹੁਤੇ ਲੋਕਾਂ ਨੂੰ ਇਹ ਹੋ ਗਿਆ ਕਿ ਅਸੀਂ ਤੁਲਸੀ ਜ਼ਰੂਰ ਆਪਦੇ ਘਰ ਦੇ ਵਿੱਚ ਲਾਈਏ, ਜ਼ਿਆਦਾ ਰੁਝਾਨ ਵਧਿਆ। ਬਿਲਕੁਲ ਸਹੀ ਗੱਲ, ਕਿਉਂਕਿ ਇਮਿਊਨਿਟੀ ਬੂਸਟਰ ਹੈ। ਜਿਹੜੇ ਤੁਸੀਂ ਡੇਂਗੂ ਦੀ ਗੱਲ ਕੀਤੀ ਤੇ ਕਿਸਮਤ ਦੇ ਨਾਲ ਅਗਲਾ ਪੌਦਾ ਆਪਣਾ ਉਹੀ ਹੈ ਜਿਹੜਾ ਡੇਂਗੂ ਦਾ ਇਲਾਜ ਹੈ। ਸੋ ਨੈਕਸਟ ਜਿਹੜਾ ਪੌਦਾ ਹੈ ਇਹ ਪਾਰਜ਼ਾਤ ਦਾ ਪੌਦਾ ਹੈ, ਔਰ ਹਿਸਟਰੀ ਦੇ ਵਿੱਚ ਵੀ ਅਗਰ ਅਸੀਂ ਦੇਖਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਇਹ ਪੌਦਾ ਸਾਗਰ ਮੰਥਨ ਦੇ ਵਿੱਚੋਂ ਨਿਕਲਿਆ ਹੋਇਆ। ਤੇ ਦੂਜੀ ਇਹਦੀ ਖਾਸ ਗੱਲ ਕੀ ਹੈ ਕਿ ਕਹਿੰਦੇ ਨੇ ਕ੍ਰਿਸ਼ਨ ਜੀ ਇਹਨੂੰ ਸਵਰਗ ਤੋਂ ਲੈ ਕੇ ਆਏ ਸੀ। ਸਿੱਖ ਧਰਮ 'ਚ ਵੀ ਦੇਖਦੇ ਹਾਂ ਤਾਂ ਸਵੇਰੇ ਆਸਾ ਦੀ ਵਾਰ ਦੇ ਵਿੱਚ ਆਉਂਦਾ ਹੈ, ਪਾਰਜ਼ਾਤ ਗੋਪੀ ਲੈ ਆਇਆ ਵਰਿੰਦਾਵਨ ਮੇਂ ਰੰਗ ਕੀਆ। ਸੋ ਦੈਟ ਮੀਨਸ ਹਿਸਟਰੀ ਨੇ ਵੀ ਸਾਨੂੰ ਦੱਸਿਆ ਕਿ ਇਹ ਪੌਦਿਆਂ ਦੀ ਇੰਪੋਰਟੈਂਸ ਕੀ ਹੈ, ਤੇ ਹੁਣ ਸੰਭਾਲਣੀ ਸਾਡੀ ਜ਼ਿੰਮੇਵਾਰੀ ਹੈ। ਕੋਈ ਵੀ ਬੁਖਾਰ ਹੋਵੇ ਜਿਹੜਾ ਨਾ ਉਤਰਦਾ ਹੋਵੇ, ਇਹਦੇ ਪੱਤੇ ਖਾ ਲਓ, ਉਤਰ ਜਾਏਗਾ। ਈਵਨ ਜੁਆਇੰਟ ਪੇਨਸ ਦੇ ਲਈ ਇਹਦੇ ਪੱਤੇ ਜਿਹੜੇ ਆ ਉਹ ਵਰਤੇ ਜਾ ਸਕਦੇ ਨੇ। ਔਰ ਇਹਦੀ ਇੱਕ ਹੋਰ ਖਾਸ ਗੱਲ ਦੱਸਦਾ ਕਿ ਜਿੰਨੇ ਪਿੰਡ ਅਸੀਂ ਅਡਾਪਟ ਕੀਤੇ ਨੇ ਉਹਨਾਂ ਸਾਰਿਆਂ ਦੇ ਵਿੱਚ ਇਹਨਾਂ ਪੌਦਿਆਂ ਨੂੰ ਜ਼ਰੂਰ ਲਗਾਇਆ ਗਿਆ, ਤਾਂ ਕਿ ਲੋਕਾਂ ਨੂੰ ਜਿਹੜੀਆਂ ਲੋਕਲ ਬਿਮਾਰੀਆਂ ਨੇ, ਘਰੇਲੂ ਬਿਮਾਰੀਆਂ ਨੇ, ਜਿਨ੍ਹਾਂ ਦਾ ਇਲਾਜ ਉਹ ਕਰ ਸਕਦੇ ਨੇ, ਉਹ ਕਰ ਸਕਣ। ਤੇ ਅੱਗੇ ਚੱਲਦੇ ਹਾਂ, ਅੱਗੇ ਅਗਲੇ ਬੂਟਿਆਂ ਬਾਰੇ ਵੀ ਇਸੇ ਤਰ੍ਹਾਂ ਜਾਣਕਾਰੀ ਅਸੀਂ ਲੈਂਦੇ ਰਹਾਂਗੇ। ਹਾਂਜੀ, ਇਹ ਕੀ ਚੀਜ਼ ਹੈ ਸਰ? ਇਹ ਜਿਹੜਾ ਹੈ ਖਸ ਦਾ ਗਰਾਸ ਹੈ। ਖਸ ਗਰਾਸ ਦਾ ਮਤਲਬ ਇਹ ਹੈ ਕਿ ਇਹਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਅਸੀਂ ਕੂਲਰ ਦੇ ਵਿੱਚ ਜਦੋਂ ਪਾਉਂਦੇ ਹਾਂ ਤਾਂ ਖੁਸ਼ਬੂ ਵਾਲੀ ਹਵਾ ਦਿੰਦੀਆਂ ਨੇ। ਸੋ ਇਹਦੀਆਂ ਜੜ੍ਹਾਂ ਜਿਹੜੀਆਂ, ਇਹਨਾਂ 'ਚ ਖੁਸ਼ਬੂ ਵੀ ਹੁੰਦੀ ਹੈ ਤੇ ਉਹਦੇ ਲਈ ਅਸੀਂ ਇਹਨੂੰ ਵਰਤਦੇ ਹਾਂ। ਮੈਨੂੰ ਐਂ ਲੱਗਦਾ ਵੀ ਇਹ ਖਸ ਦਾ ਬਹੁਤ ਵਾਰੀ ਸ਼ਰਬਤ ਵੀ ਬਾਜ਼ਾਰਾਂ ਵਿੱਚ ਪਿਆ ਹੋਇਆ, ਇਹ ਉਹ ਵੀ ਤਿਆਰ ਹੁੰਦਾ? ਮਿਲਦਾ, ਬਿਲਕੁਲ। ਖਸ ਗਰਾਸ ਦਾ ਸ਼ਰਬਤ ਵੀ ਮਿਲਦਾ। ਅਗਲਾ ਜਿਹੜਾ ਪੌਦਾ ਹੈ ਇਹ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਦਮੇ ਦਾ ਇਲਾਜ ਬਹੁਤ ਘੱਟ ਹੈ, ਔਰ ਦਮੇ ਦੀਆਂ ਬਿਮਾਰੀਆਂ ਲੋਕਾਂ ਨੂੰ ਬਹੁਤ ਹੋ ਚੁੱਕੀਆਂ ਨੇ, ਸਾਹ ਦੀਆਂ ਨੇ। ਸੋ ਇਹ ਜਿਹੜੇ ਬੂਟਾ ਹੈ, ਸੋ ਇਹ ਪੌਦਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਦਮਾ ਬੂਟੀ ਹੈ, ਵੇਲ ਹੈ। ਸੋ ਇਹਦੇ ਪੱਤੇ ਜਿਹੜੇ ਆ ਉਹਨੂੰ ਅਸੀਂ ਦਮੇ ਦੇ ਇਲਾਜ ਲਈ ਵਰਤਦੇ ਹਾਂ। ਤੇ ਇਸ ਤੋਂ ਬਾਅਦ ਜੇ ਗੱਲ ਕਰ ਲਈ ਜਾਵੇ, ਵੈਸੇ ਵਾਕਈ ਹੁਣ ਸਾਹ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਆ।
ਇਲਾਜ ਵਾਕਿਆ ਹੀ ਹੈ ਨਹੀਂ, ਕਿਉਂਕਿ ਦਮੇ ਦੇ ਬਾਰੇ ਬੜੀ ਦੂਰ ਤੱਕ ਲੋਕ ਭਜਦੇ ਆ, ਫਿਰ ਉਹ ਅਸਥਮੇ ਵਾਲੀਆਂ ਜਿਹੜੀਆਂ ਕਹਿੰਦੇ ਫੁਹਾਰਾ ਮੂੰਹ 'ਚ ਪਾਉਣ ਪੈਂਦਾ। ਤੇ ਜੇ ਸਾਡੇ ਕੋਲ ਕੁਦਰਤੀ ਇਲਾਜ ਆ ਤਾਂ ਫਿਰ ਉਸ ਤੋਂ ਹੀ ਅਸੀਂ ਵਾਕਈ ਪਿੱਛੇ ਹਟ ਗਏ ਆ। ਤੇ ਹਾਂਜੀ, ਜਿਹੜਾ ਨੈਕਸਟ ਪੌਦਾ ਅਸੀਂ ਦੇਖ ਰਹੇ ਹਾਂ ਇਹ ਲੈਮਨ ਗ੍ਰਾਸ ਹੈ। ਅੱਜ ਕੱਲ੍ਹ ਜਿੰਨੀਆਂ ਹਰਬਲ ਟੀਜ਼ ਬਣ ਰਹੀਆਂ ਨੇ ਉਹਦੇ ਵਿੱਚ ਲੈਮਨ ਗ੍ਰਾਸ ਨੂੰ ਵਰਤਿਆ ਜਾ ਰਿਹਾ। ਵੱਡੀ ਗੱਲ ਇਹ ਹੈ ਕਿ ਇਹਦੀ ਅਗਰ ਤੁਸੀਂ ਖੁਸ਼ਬੂ ਵੀ ਲੈ ਕੇ ਦੇਖੋ ਤਾਂ ਨਿੰਬੂ ਦੀ ਖੁਸ਼ਬੂ ਹੋਏਗੀ। ਔਰ ਇਸ ਲੈਮਨ ਗ੍ਰਾਸ ਦੇ ਜਿਹੜੇ ਪੱਤੇ ਨੇ ਇਹਨਾਂ ਦਾ ਈਵਨ ਪਰਫਿਊਮ ਤੱਕ ਬਣਾਇਆ ਜਾ ਰਿਹਾ। ਇਹਨਾਂ ਦੇ ਐਸੈਂਸ਼ੀਅਲ ਆਇਲਸ ਜਿਹੜੇ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਫਲੇਵਰਿੰਗ ਦੇ ਲਈ। ਵਾਕਈ ਇਦਾਂ ਲੱਗ ਰਿਹਾ ਕਿ ਜਿਵੇਂ ਨਿੰਬੂ ਹੋਵੇ। ਸੋ ਨੈਕਸਟ ਜਿਹੜਾ ਪੌਦਾ ਅਸੀਂ ਦੇਖ ਰਹੇ ਹਾਂ ਇਹ ਇੱਕ ਗੱਲ ਕਰ ਲਾਂ ਕਿ ਇਹਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਅਸੀਂ ਮੇਨਲੀ ਵਰਤਦੇ ਹਾਂ। ਔਰ ਇਸ ਪੌਦੇ ਨੂੰ ਨਾਮ ਮੈਂ ਇਸ ਕਰਕੇ ਹਜੇ ਡਿਲੇ ਕਰ ਰਿਹਾ ਕਿਉਂਕਿ ਸਸਪੈਂਸ ਕ੍ਰੀਏਟ ਕਰ ਲਈਏ। ਜਿੰਨੀਆਂ ਇਹਦੇ ਗੁਣ ਕਹਿ ਲਓ ਉਨਾ ਹੀ ਘੱਟ। ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਹਦੇ ਜਿਹੜੇ ਪੌਦੇ ਨੇ ਉਹ ਮਲਟੀਪਲਾਈ ਬਹੁਤ ਹੋ ਰਹੇ ਨੇ। ਤੁਸੀਂ ਦੇਖੋ ਕਿ ਅੱਗੇ ਟਾਹਣੀਆਂ ਨਿਕਲਦੀਆਂ ਨੇ, ਉਹ ਤੋਂ ਅੱਗੇ ਜਿਹੜਾ ਹੈਗਾ ਹੋਰ ਪੌਦੇ ਬਣਦੇ ਜਾ ਰਹੇ ਨੇ। ਔਰ ਇਹਦੀਆਂ ਜਿਹੜੀਆਂ ਜੜ੍ਹਾਂ ਨੇ ਉਹਨਾਂ ਨੂੰ ਅਸੀਂ ਵਰਤਦੇ ਹਾਂ ਅੱਗੇ ਦਵਾਈ ਦੇ ਲਈ। ਸੋ ਇਹਨੂੰ ਕਲੋਰੋਫਾਈਟਮ ਕਿਹਾ ਜਾਂਦਾ। ਔਰ ਇਹਦੇ ਵਿੱਚ ਜਿਹੜਾ ਹੈ ਕਾਫੀ ਮੈਡੀਸਨਸ ਜਿਹੜੀਆਂ ਅਸੀਂ ਬਣਾਉਂਦੇ ਹਾਂ। ਹਾਂਜੀ, ਇਸ ਤੋਂ ਬਾਅਦ ਜੋ ਇਹ ਅਗਲੀ ਚੀਜ਼ ਸਾਨੂੰ ਨਜ਼ਰ ਆ ਰਹੀ ਹੈ, ਇਸ ਦੇ ਉੱਤੇ ਕਾਫੀ ਸਾਰੇ ਇਨਸੈਕਟਸ ਜਿਹੜੇ ਨੇ ਉਹ ਨਜ਼ਰ ਆਉਂਦੇ ਪਏ ਨੇ। ਤੁਸੀਂ ਦੇਖੋ ਕਿ ਕਿਸੇ ਬੂਟੇ ਉੱਤੇ ਆਮ ਤੌਰ 'ਤੇ ਹੁੰਦਾ ਇਹੀ ਹੈ ਕਿ ਇੰਨੇ ਤਰ੍ਹਾਂ ਦੇ ਇਨਸੈਕਟਸ ਨਹੀਂ ਆਉਂਦੇ। ਇਹਦੇ ਉੱਤੇ ਤਿਤਲੀਆਂ ਵੀ ਬੈਠੀਆਂ ਆ, ਭਰਿੰਡ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਹੈ, ਕਈ ਤਰ੍ਹਾਂ ਦੀਆਂ ਭੂੰਡੀਆਂ ਨਜ਼ਰ ਆ ਰਹੀਆਂ ਨੇ, ਤਿਤਲੀਆਂ ਵੀ ਨਜ਼ਰ ਆ ਰਹੀਆਂ ਨੇ। ਤੇ ਯਾਨੀ ਕਿ ਇੰਨੀ ਜ਼ਿਆਦਾ ਜਿਹੜੀ ਬਾਇਓਡਾਇਵਰਸਿਟੀ ਇੱਥੇ ਜੀਵਾਂ ਦੀ ਨਜ਼ਰ ਆ ਰਹੀ ਹੈ ਉਹ ਵਾਕਈ ਹੈਰਾਨੀ ਜਨਕ ਗੱਲ ਆ। ਤੇ ਇਹਨੂੰ ਫਿਰ ਪ੍ਰੋਫੈਸਰ ਸਾਹਿਬ ਕੀ ਚੀਜ਼ ਹੈ, ਇਸ ਬਾਰੇ ਜ਼ਰੂਰ ਸਾਨੂੰ ਦੱਸੋ। ਇਹ ਪਿਪਰਾਮਿੰਟ ਹੈ ਜੀ। ਔਰ ਸਪੈਸ਼ਲੀ ਅਗਰ ਅਸੀਂ ਗੱਲ ਕਰੀਏ ਸਰਦੀਆਂ 'ਚ ਸਾਨੂੰ ਨੱਕ ਬੰਦ ਹੁੰਦਾ ਆ ਤਾਂ ਅਸੀਂ ਸਟੀਮ ਲੈਂਦੇ ਹਾਂ। ਤਾਂ ਸਟੀਮ ਦੇ ਵਿੱਚ ਵੀ ਇਹਦੇ ਜਿਹੜੇ ਪੱਤੇ ਆ ਉਹ ਪਾਏ ਜਾਂਦੇ ਆ। ਸੈਕਿੰਡ ਚੀਜ਼ ਇਹ ਹੈ ਕਿ ਅਸੀਂ ਇਹਦੇ ਤੋਂ ਇੱਕ ਟੀ ਪ੍ਰਪੇਅਰ ਕੀਤੀ ਹੈ 2-3 ਪੱਤੇ ਹੋਰ ਮਿਲਾ ਕੇ। ਅਗਰ ਉਹ ਅਸੀਂ ਟੀ ਪੀਂਦੇ ਹਾਂ ਤਾਂ 15 ਮਿੰਟਸ ਦੇ ਵਿੱਚ ਬੰਦੇ ਨੂੰ ਐਂ ਲੱਗਦਾ ਹੈ ਕਿ ਉਹਨੇ ਕੁਝ ਖਾਧਾ ਹੀ ਨਹੀਂ ਹੈ। ਸੋ ਇੰਨਾ ਵਧੀਆ ਡਾਈਜੈਸਟਿਵ ਸਿਸਟਮ ਨੂੰ ਇਹ ਸੈੱਟ ਕਰਦੀ ਹੈ। ਸੈਕਿੰਡ ਚੀਜ਼ ਇਸ ਪੌਦੇ ਬਾਰੇ ਮੈਂ ਇੱਕ ਹੋਰ ਦੱਸਦਾ ਕਿ ਇਹਨੂੰ ਫਲੇਵਰਿੰਗ ਲਈ ਵੀ ਵਰਤਿਆ ਜਾਂਦਾ ਹੈ। ਔਰ ਇਹਦੀ ਕਾਫੀ ਇੰਡਸਟਰੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਲੱਗ ਰਹੀ ਹੈ ਇਸ ਵਕਤ। ਔਰ ਇਹਦਾ ਆਇਲ ਕੱਢ ਕੇ ਜਿਹੜਾ ਹੈਗਾ ਫੂਡਸ ਦੇ ਵਿੱਚ ਯੂਜ਼ ਕੀਤਾ ਜਾਂਦਾ। ਜਿੱਦਾਂ ਤੁਸੀਂ ਚਿੰਗਮ ਦੇਖਦੇ ਹੋ ਉਹਦੇ ਵਿੱਚ ਟੇਸਟ ਆਉਂਦਾ ਹੈ, ਜਾਂ ਫਿਰ ਅਗਰ ਤੁਸੀਂ ਦੇਖਦੇ ਹੋ ਵਿਕਸ ਦੇ ਵਿੱਚ ਵੀ ਤੁਹਾਨੂੰ ਇਹਦਾ ਟੇਸਟ ਤੇ ਖੁਸ਼ਬੂ ਜਿਹੜੀ ਹੈ ਉਹ ਮਿਲਦੀ ਹੈ। ਇਹ ਪੁਦੀਨੇ ਦੀ ਕੋਈ ਪ੍ਰਜਾਤੀ ਹੈ? ਹਾਂਜੀ, ਇਹ ਪੁਦੀਨੇ ਦੀ ਹੀ ਪ੍ਰਜਾਤੀ ਹੈ। ਜਦੋਂ ਤੁਸੀਂ ਇਹਦੀ ਖੁਸ਼ਬੂ ਲੈ ਕੇ ਦੇਖੋਗੇ ਤੁਸੀਂ ਕਹੋਗੇ ਹਾਂ ਮੈਂ ਤਾਂ ਵਿਕਸ ਦੇ ਵਿੱਚ ਇਹ ਖੁਸ਼ਬੂ ਦੇਖੀ ਹੈ। ਬਿਲਕੁਲ ਜੀ, ਇਹ 'ਚ ਕੋਈ ਸ਼ੱਕ ਨਹੀਂ। ਵਾਕਈ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਹੈ ਕਿ ਵਿਕਸ ਵਾਂਗੂ ਜਿਹੜੀ ਇਹਦੀ ਖੁਸ਼ਬੂ ਆ ਉਹ ਉਦਾਂ ਹੀ ਆ ਰਹੀ ਹੈ। ਜੀ, ਨੈਕਸਟ ਜਿਹੜਾ ਪੌਦਾ ਹੈ ਇਹ ਦੇਸੀ ਗੁਲਾਬ ਹੈ। ਅੱਛਾ, ਇਹ ਵਾਲਾ। ਹੁਣ ਇਹਦੇ ਵਿੱਚ ਇੱਕ ਜਿਹੜੀ ਇੰਪੋਰਟੈਂਟ ਹੈ ਕਿ ਇਸ ਫੁੱਲ ਨੂੰ ਅਸੀਂ ਵਿਸਾਰ ਦਿੱਤਾ। ਔਰ ਈਵਨ ਦੇਸੀ ਦੀ ਬਜਾਏ ਜਿਹੜੇ ਹਾਈਬ੍ਰਿਡ ਫੁੱਲ ਨੇ ਉਹ ਹੁਣ ਸਾਡੇ ਕੋਲ ਆ ਚੁੱਕੇ ਨੇ। ਬਟ ਇਹਨਾਂ ਦੇ ਜਿਹੜੇ ਗੁਣ ਨੇ ਉਹ ਅਲੱਗ ਹੀ ਨੇ। ਅਗਰ ਗੱਲ ਕਰੀਏ ਤਾਂ ਗੁਲਕੰਦ ਜਿਹੜਾ ਆ ਉਹ ਇਹਨਾਂ ਫੁੱਲਾਂ ਤੋਂ ਬਣਦਾ ਸੀ। ਔਰ ਗੁਲਕੰਦ ਦੀ ਖਾਸ ਗੱਲ ਕਰ ਲਾਂ ਕਿ ਹੁਣੀ ਥੋੜ੍ਹੇ ਦਿਨ ਪਹਿਲਾਂ ਮੈਨੂੰ ਰਾਜਪਾਲ ਭਵਨ 'ਚ ਜਾਣ ਦਾ ਮੌਕਾ ਮਿਲਿਆ ਉੱਤਰਾਖੰਡ। ਤਾਂ ਉੱਥੇ ਉਹਨਾਂ ਨੇ ਇਹਦੇ ਵਿੱਚ ਸ਼ਹਿਦ ਦੇ ਵਿੱਚ ਮਿਲਾ ਕੇ ਜਿਹੜੀ ਸਪੈਸ਼ਲ ਫੂਡ ਤਿਆਰ ਕੀਤਾ। ਉਹਦੇ ਨਾਲ ਇਹ ਸੀ ਕਿ ਇੱਕ ਤਾਂ ਫਲੇਵਰ ਅਲੱਗ ਸੀ, ਸੈਕਿੰਡ ਔਰ ਡਾਈਜੈਸਟਿਵ ਸਿਸਟਮ ਲਈ ਬਹੁਤ ਵਧੀਆ ਸੀ। ਜਿਹਨੂੰ ਗੁਲਕੰਦ ਕਹਿੰਦੇ ਆ ਉਹ ਚੀਨੀ ਦੀ ਬਜਾਏ ਸ਼ਹਿਦ ਦਾ ਬਣਿਆ ਹੋਇਆ ਸੀ। ਸੋ ਉਹਦੇ ਵਿੱਚ ਵੱਡੀ ਗੱਲ ਕੀ ਸੀ ਕਿ ਜਿਹੜੇ ਸ਼ੂਗਰ ਪੇਸ਼ੈਂਟ ਨੇ ਉਹ ਵੀ ਉਹਨੂੰ ਯੂਜ਼ ਕਰ ਸਕਦੇ ਨੇ। ਸੋ ਇਹੋ ਜਿਹੀਆਂ ਚੀਜ਼ਾਂ ਸਾਡੇ ਕੋਲ ਨੇ ਤੇ ਇਹਦੇ ਵੱਲ ਸਾਨੂੰ ਸੋਚਣ ਦੀ ਥੋੜ੍ਹੀ ਜਿਹੀ ਲੋੜ ਹੈ ਕਿ ਅਸੀਂ ਰਿਵਾਇਤੀ ਖੇਤੀ ਦੇ ਨਾਲ ਜੇ ਥੋੜ੍ਹਾ ਇਹ ਚੀਜ਼ਾਂ ਵੀ ਲਗਾ ਲਈਏ ਤੇ ਕਾਫੀ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ। ਜੀ, ਫਿਰ ਜਿਹੜੀਆਂ ਹੁਣ ਫੁੱਲਾਂ ਦੀਆਂ ਨਵੀਆਂ ਕਾਸ਼ਤਾਂ ਅਸੀਂ ਕਰਨੀਆਂ ਸ਼ੁਰੂ ਕਰਤੀਆਂ ਨੇ ਉਹਨਾਂ ਵਿੱਚ ਨਾ ਤਾਂ ਮਹਿਕ ਹੈ ਤੇ ਨਾ ਹੀ ਉਹਨਾਂ ਦੇ ਉਹ ਰੰਗ ਨੇ ਜੋ ਅਸਲ 'ਚ ਗੁਲਾਬਾਂ ਦੇ ਹੁੰਦਾ ਸੀ। ਬਿਲਕੁਲ ਸਹੀ ਗੱਲ। ਸੋ ਇੱਦਾਂ ਹੈਗਾ ਕਿ ਫੁੱਲਾਂ ਦੇ ਵਿੱਚ ਜਿਵੇਂ ਗੁਲਾਬ ਦੀ ਗੱਲ ਕਰ ਲਈਏ ਤਾਂ ਹਾਈਬ੍ਰਿਡ ਟੀ ਰੋਜ਼ਿਸ ਆਏ ਨੇ। ਸੋ ਉਹਨਾਂ ਵਿੱਚ ਕੀ ਹੈ ਕਿ ਖੁਸ਼ਬੂ ਤਾਂ ਨਹੀਂ ਹੈ ਬਟ ਫੁੱਲ ਦਾ ਰੰਗ ਬਹੁਤ ਸੋਹਣਾ ਹੈ, ਸਾਈਜ਼ ਬਹੁਤ ਸੋਹਣਾ ਹੈ, ਜ਼ਿਆਦਾ ਦੇਰ ਤੱਕ ਉਹ ਰਹਿੰਦਾ ਹੈ। ਬਟ ਜਿਹੜੀਆਂ ਖੁਸ਼ਬੂਆਂ ਸੀ ਜਾਂ ਉਹਨੂੰ ਅਸੀਂ ਗੁਲਕੰਦ ਲਈ ਵਰਤ ਸਕਦੇ ਸੀ ਉਹ ਪ੍ਰੋਪਰਟੀਜ਼ ਹੁਣ ਉਹਨਾਂ 'ਚ ਨਹੀਂ ਹੈ। ਜੀ, ਅੱਗੇ ਚੱਲਦੇ ਹਾਂ ਪ੍ਰੋਫੈਸਰ ਸਾਹਿਬ ਨਾਲ। ਕਾਫੀ ਸਾਰੀਆਂ ਕਿਉਂਕਿ ਜੜੀ ਬੂਟੀਆਂ ਇੱਥੇ ਹੈਗੀਆਂ ਨੇ ਜਿਨ੍ਹਾਂ ਦੇ ਬਾਰੇ ਬਕਾਇਦਾ ਅਸੀਂ ਗੱਲਬਾਤ ਕਰ ਰਹੇ ਹਾਂ। ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ। ਇੱਕ ਹੋਰ ਜੜੀ ਬੂਟੀ ਦੇ ਬਾਰੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਹਾਂਜੀ, ਇਹ ਕੀ ਹੈ? ਸੋ ਜਿਹੜੀ ਬੂਟੀ ਹੁਣ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਬੂਟੀ ਹੈ ਇਹਦੀ ਗੱਲ ਕਰ ਰਹੇ ਸੀ ਆਪਾਂ, ਗਧਾ ਬੂਟੀ। ਸੋ ਇਹਦੀ ਖਾਸ ਗੱਲ ਕੀ ਹੈ ਕਿ ਜਦੋਂ ਤੁਹਾਨੂੰ ਭੁੱਖ ਨਾ ਲੱਗਦੀ ਹੋਵੇ
ਤੇ ਇਹਦੇ ਪੱਤੇ ਜੇ ਤੁਸੀਂ ਕੰਜ਼ਿਊਮ ਕਰਦੇ ਹੋ ਤਾਂ ਜੇ ਸਵੇਰੇ 2 ਰੋਟੀਆਂ ਖਾਧੀਆਂ ਨੇ ਤਾਂ ਸ਼ਾਮੀ ਤੁਸੀਂ 4 ਖਾਓਗੇ, ਇੰਨਾ ਕੁ ਭੁੱਖ ਇਹ ਵਧਾਉਂਦੀ ਹੈ। ਜੀ। ਮਾਲਵੇ ਦੇ ਵਿੱਚ ਪ੍ਰੋਫੈਸਰ ਸਾਹਿਬ ਇਸ ਬੂਟੀ ਨੂੰ ਮੈਂ ਜਰਾ ਦਿਖਾ ਦੇਣੀ ਚਾਹੂੰਗਾ। ਇਸ ਬੂਟੀ ਨੂੰ ਆਮ ਤੌਰ ਤੇ ਇੱਟ-ਸਿੱਟ ਦੀ ਬੂਟੀ ਕਿਹਾ ਜਾਂਦਾ ਹੈ ਜੀ ਤੇ ਜਦੋਂ ਇਹ ਨਰਮੇ ਦੇ ਖੇਤਾਂ 'ਚ ਬਹੁਤ ਜ਼ਿਆਦਾ ਹੁੰਦੀ ਆ ਤੇ ਉੱਥੇ ਬਹੁਤ ਜ਼ਿਆਦਾ ਜਿਹੜੇ ਆ ਇਸ ਤਰੀਕੇ ਦੀਆਂ ਜ਼ਹਿਰਾਂ ਵਰਤ ਕੇ ਇਹਨੂੰ ਖਤਮ ਕਰ ਖਤਮ ਦਿੱਤਾ ਕੀਤਾ ਗਿਆ ਗਿਆ। ਹੈਗਾ ਤੇ ਮਤਲਬ ਨਹੀਂ ਪਤਾ ਨਾ ਮਹੱਤਵ ਕੀ ਸੀ ਇਸ ਚੀਜ਼ ਦਾ। ਜੀ। ਸੋ ਨੈਕਸਟ ਜਿਹੜਾ ਪੌਦਾ ਅਸੀਂ ਦੇਖ ਰਹੇ ਹਾਂ, ਇਹ ਜਿਹੜਾ ਪੌਦਾ ਹੈ ਇਹਨੂੰ ਇਨਸੂਲਿਨ ਦਾ ਪੌਦਾ ਕਿਹਾ ਜਾਂਦਾ ਹੈ। ਸੋ ਇਨਸੂਲਿਨ ਦੇ ਬਾਰੇ ਅੱਜ ਕੱਲ੍ਹ ਲੋਕ ਕਾਫੀ ਜਾਣਨ ਲੱਗ ਗਏ ਨੇ, ਈਵਨ ਨਰਸਰੀਆਂ ਦੇ ਵਿੱਚ ਇਹ ਪੌਦਾ ਹੁਣ ਆਮ ਮਿਲਣ ਲੱਗ ਗਿਆ। ਸੋ ਸਵੇਰ ਦੇ ਟਾਈਮ ਜਿਹੜਾ ਹੈਗਾ ਇਹਦਾ ਅਸੀਂ ਪੱਤਾ ਖਾਂਦੇ ਹਾਂ ਤਾਂ ਕਾਫੀ ਜਿਹੜਾ ਸ਼ੂਗਰ ਲੈਵਲ ਹੈ ਉਹਨੂੰ ਇਹ ਡਾਊਨ ਕਰ ਦਿੰਦਾ। ਜੀ। ਸ਼ੂਗਰ ਵੀ ਬਹੁਤ ਜ਼ਿਆਦਾ ਵਧੀ ਹੋਈ ਆ ਲੋਕਾਂ ਦੀਆਂ, ਖਾਣ ਪੀਣ ਸਾਰਾ ਵਿਗੜਿਆ ਹੋਇਆ। ਇਹ ਪੱਥਰ ਚੱਟ ਮੈਨੂੰ ਲੱਗਦਾ ਜੀ। ਜੀ ਬਿਲਕੁਲ, ਪੱਥਰ ਚੱਟ ਹੈ। ਪੱਥਰ ਚੱਟ ਆਮ ਅਸੀਂ ਘਰਾਂ ਦੇ ਵਿੱਚ ਵੀ ਲਗਾਉਂਦੇ ਹਾਂ। ਤੋ ਇਹਦਾ ਬੈਨੀਫਿਟ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਤਾਂ ਪੱਥਰੀ ਦੇ ਲਈ ਇਹਨੂੰ ਵਰਤਿਆ ਜਾਂਦਾ ਹੈ, ਦੂਜਾ ਇਹਦਾ ਇਹ ਹੈ ਕਿ ਜੇ ਫਿੰਸੀ ਫੋੜਾ ਹੋਇਆ ਹੋਵੇ ਉਹਦੇ ਲਈ ਵੀ ਇਹਨੂੰ ਵਰਤਿਆ ਜਾਂਦਾ ਹੈ। ਪੱਥਰੀ ਬਾਰੇ ਮੈਂ ਪੁੱਛਣਾ ਚਾਹੂੰਗਾ, ਪੱਥਰੀ ਲਈ ਇਹਨੂੰ ਕਿਵੇਂ ਵਰਤਿਆ ਜਾਂਦਾ? ਕਿਉਂਕਿ ਪੱਥਰੀ ਆਮ ਤੌਰ ਤੇ ਬਹੁਤ ਜ਼ਿਆਦਾ ਕਿਡਨੀ ਦੀ ਪੱਥਰੀ ਤੋਂ ਲੋਕ ਪਰੇਸ਼ਾਨ ਰਹਿੰਦੇ ਆ, ਆਪਰੇਸ਼ਨ ਨੂੰ ਭੱਜਦੇ ਹੈਗੇ ਆ। ਸੋ ਇਹਦੇ ਵਿੱਚ ਇਹ ਹੈ ਕਿ ਇਹਦੇ ਪੱਤੇ ਦਾ ਕਾੜਾ ਬਣਾ ਕੇ ਅਸੀਂ ਪੀਂਦੇ ਹਾਂ। ਇਹ ਜਿਹੜੀ ਸਟੋਨ ਆ ਉਹਨੂੰ ਤੋੜ ਦਿੰਦਾ। ਸੋ ਜਿਹੜੇ ਸਟੋਨ ਦੇ ਫਿਰ ਛੋਟੇ ਛੋਟੇ ਪੀਸਿਸ ਨੇ ਉਹ ਫਿਰ ਬਾਹਰ ਨਿਕਲਦੇ ਨੇ। ਸੋ ਨੈਕਸਟ ਜਿਹੜਾ ਪੌਦਾ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਹੈਗਾ ਇਹ ਸ਼ਤਾਵਰੀ ਹੈ। ਸੋ ਜਿਹੜੀ ਸ਼ਤਾਵਰੀ ਹੈ ਇਹ ਹੈਲਥ ਟੌਨਿਕਸ ਦੇ ਵਿੱਚ ਜਿਹੜਾ ਵਰਤੀ ਜਾਂਦੀ ਹੈ। ਇਹਦੇ ਵਿੱਚ 2 ਚੀਜ਼ਾਂ ਮੇਨਲੀ ਵਰਤੀਆਂ ਜਾਂਦੀਆਂ। ਇੱਕ ਤਾਂ ਇਹਦੀਆਂ ਜੜ੍ਹਾਂ ਮੈਡੀਸਨ ਲਈ ਵਰਤੀਆਂ ਜਾਂਦੀਆਂ, ਦੂਜੀ ਗੱਲ ਇਹ ਹੈ ਕਿ ਜਿਹੜੀ ਆ ਇਨਫਲੋਰੈਸੈਂਸ ਟਾਹਣੀ ਤੁਸੀਂ ਉੱਪਰ ਦੇਖ ਰਹੇ ਹੋ, ਈਵਨ ਇਹਨਾਂ ਨੂੰ ਸੂਪ ਦੇ ਵਿੱਚ ਪਾ ਕੇ ਵਰਤਿਆ ਜਾਂਦਾ ਹੈ। ਹਾਂਜੀ। ਸੋ ਇਹਦੀ ਕਾਫੀ ਜਿਹੜੀਆਂ ਹੈਗੀਆਂ ਮੈਡੀਸਨਲ ਪ੍ਰੋਪਰਟੀਜ਼ ਨੇ। ਇੱਕ ਸਪੈਸ਼ਲ ਪੌਦਾ ਜਿਹੜਾ ਬਹੁਤ ਰੇਅਰ ਹੈ, ਜਿਹੜਾ ਤੁਸੀਂ ਨਹੀਂ ਦੇਖਿਆ, ਉਹ ਆਪਾਂ ਨੈਕਸਟ ਦੇਖਾਂਗੇ। ਸੋ ਇਹ ਜਿਹੜਾ ਪੌਦਾ ਹੈ ਇਹ ਰੋਜ਼ਮੈਰੀ ਹੈ। ਰੋਜ਼ਮੈਰੀ ਦੀ ਖਾਸ ਗੱਲ ਕੀ ਹੈ ਕਿ ਜਿੰਨੇ ਇਟਾਲੀਅਨਸ ਨੇ ਉਹ ਆਪਣੇ ਖਾਣੇ 'ਚ ਇਹਨੂੰ ਵਰਤਦੇ ਨੇ। ਦੂਜਾ ਇਹ ਹੈ ਕਿ ਇਹ ਖੁਸ਼ਬੂ ਦੇ ਪੱਖੋਂ ਇਹਦੇ ਵਿੱਚ ਦੀਆਂ ਕਈ ਪਰਫਿਊਮ ਬਣਦੀਆਂ ਨੇ। ਸੋ ਅਗਰ ਤੁਸੀਂ ਇਹਦੇ ਪੱਤੇ ਤੋੜ ਕੇ ਖੁਸ਼ਬੂ ਦੇਖੋ ਤਾਂ ਇਹਦੀ ਖੁਸ਼ਬੂ ਹੀ ਅਲੱਗ ਹੈ। ਸੋ ਇਹ ਇਹਦੇ ਪੱਤੇ ਨੇ, ਬਹੁਤ ਤਿੱਖੀ ਖੁਸ਼ਬੂ ਹੋਏਗੀ। ਵਾਕਈ ਪਤਾ ਲੱਗ ਰਿਹਾ ਜੀ, ਫ੍ਰੈਗਨੈਂਸ ਜਿਹੜੀ ਹੈ, ਮਹਿਕ ਜਿਹੜੀ ਹੈ, ਤੋਂ ਐਂ ਲੱਗ ਰਿਹਾ ਕਿ ਕੋਈ ਖੁਸ਼ਬੂ ਜਿਹੜੀ ਹੈ ਉਹ ਛਿੜਕੀ ਹੋਵੇ, ਖਾਸ ਤੌਰ ਤੇ ਸੈਂਟ ਦੀ। ਜੀ। ਇਹਦੀਆਂ ਅਗਰਬੱਤੀਆਂ ਵੀ ਬਣਦੀਆਂ ਨੇ ਤੇ ਇਹਨੂੰ ਫੂਡ 'ਚ ਵੀ ਕੰਜ਼ਿਊਮ ਕੀਤਾ ਜਾਂਦਾ ਹੈ। ਖੁਸ਼ਬੂ ਇਹਦੀ ਵੀ ਬਹੁਤ ਵਧੀਆ ਆ ਰਹੀ ਹੈ। ਜਿਹੜਾ ਬੂਟਾ ਇਸ ਟਾਈਮ ਤੁਹਾਨੂੰ ਨਜ਼ਰ ਆ ਰਿਹਾ, ਵਾਕਈ ਇਹ ਪ੍ਰੋਫੈਸਰ ਕੀ ਹੈ ਇਸ ਬੂਟੇ ਦਾ ਨਾਂ ਤੇ ਕੀ ਇਹਦੇ ਫਾਇਦੇ ਨੇ? ਦੇਖੋ, ਇਸ ਬੂਟੇ ਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਸਾਰਿਆਂ ਨੂੰ ਰਹਿੰਦੀ ਹੈ। ਅਗਰ ਇਹਦੇ ਪੱਤੇ ਛੋਟੇ ਨੇ, ਲੰਬੇ ਨੇ ਤਾਂ ਉਹ ਲੌਂਗ ਦਾ ਬੂਟਾ ਹੈ। ਇਹ ਚੌੜੇ ਹੈ ਤੇ ਘੱਟ ਲੰਬੇ ਨੇ। ਸੋ ਇਹ ਜਿਹੜਾ ਬੂਟਾ ਹੈ ਆਲ ਸਪਾਈਸਿਸ ਦਾ। ਇਹਨੂੰ ਆਲ ਸਪਾਈਸਿਸ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹਦੇ ਜੜ੍ਹਾਂ, ਪੱਤੇ, ਟਾਹਣੀਆਂ ਸਭ ਮਸਾਲੇ 'ਚ ਵਰਤੇ ਜਾਂਦੇ ਨੇ। ਸੋ ਇਹ ਮਸਾਲੇ ਲਈ ਵਰਤਿਆ ਜਾਂਦਾ। ਖੁਸ਼ਬੂ ਦੇਖੋਗੇ ਬਿਲਕੁਲ ਲੌਂਗ ਦੀ ਹੈ। ਹਾਂ, ਮੈਨੂੰ ਨਜ਼ਰ ਆ ਰਿਹਾ ਵਿੱਚ ਨਾ ਲੌਂਗ ਤੇ ਥੋੜੀ ਦਾਲਚੀਨੀ ਉਦਾਂ ਦਾ ਮਿਲਿਆ ਜਾ ਰਿਹਾ, ਇਸੇ ਕਰਕੇ ਇਹਨੂੰ ਆਲ ਸਪਾਈਸਿਸ ਕਿਹਾ ਜਾਂਦਾ। ਨੈਕਸਟ ਜਿਹੜਾ ਪੌਦਾ ਹੈ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਆਪਣਾ ਵਾਈਲਡ ਹੁੰਦਾ, ਸਪੈਸ਼ਲੀ ਅਨੰਦਪੁਰ ਸਾਹਿਬ ਸਾਈਡ। ਸੋ ਕੜੀ ਪੱਤਾ ਹੈ, ਈਵਨ ਸ਼ੂਗਰ ਨੂੰ ਕੰਟਰੋਲ ਕਰਨ ਲਈ ਇਹਨੂੰ ਵਰਤਿਆ ਜਾਂਦਾ। ਔਰ ਇਹਨੂੰ ਜਿਹੜਾ ਹੈ ਲੋਕੀ ਆਪਣੇ ਫੂਡ ਦੇ ਵਿੱਚ ਵੀ ਯੂਜ਼ ਕਰਦੇ ਨੇ, ਜਿਵੇਂ ਕੜੀ ਬਣਾਉਣ ਲੱਗਿਆ ਜਾਂ ਹੋਰ ਸਬਜ਼ੀਆਂ ਬਣਾਉਣ ਲੱਗਿਆ, ਉਹਦੇ ਵਿੱਚ ਇਹ ਵਰਤਿਆ ਜਾਂਦਾ। ਔਰ ਇਹਦੀਆਂ ਕਾਫੀ ਮੈਡੀਸਨਲ ਵੈਲਿਊ ਨੇ। ਨਹੀਂ, ਇਹਨੂੰ ਆਪਾਂ ਮਿੱਠੀ ਨਿੰਮ ਵੀ ਇਸੇ ਨੂੰ ਕਿਹਾ ਜਾਂਦਾ? ਕਹਿ ਸਕਦੇ ਹਾਂ। ਸੋ ਨੈਕਸਟ ਜਿਹੜਾ ਪੌਦਾ ਅਸੀਂ ਦੇਖ ਰਹੇ ਹਾਂ ਇਹ ਗੁੜਮਾਰ ਹੈ। ਸੋ ਜਿੱਦਾਂ ਸ਼ੂਗਰ ਦੀਆਂ ਬਿਮਾਰੀਆਂ ਬਹੁਤ ਨੇ, ਤੁਸੀਂ ਦੇਖੋ ਕਿ ਸ਼ੂਗਰ ਅੱਜ ਹਰ ਘਰ 'ਚ ਹੈ। ਸੋ ਇਹ ਤੀਜਾ ਪੌਦਾ ਹੈ ਜਿਹੜਾ ਅਸੀਂ ਸ਼ੂਗਰ ਦੇ ਕੰਟਰੋਲ ਲਈ ਦੇਖ ਰਹੇ ਹਾਂ। ਸੋ ਇਹਦੀ ਖਾਸ ਗੱਲ ਕੀ ਹੈ ਕਿ ਇਹਦਾ ਜੇਕਰ ਅਸੀਂ ਪੱਤਾ ਖਾਈਏ ਤਾਂ ਕਾਫੀ ਕੌੜਾ ਹੋਏਗਾ। ਜਿੱਦਾਂ ਇਨਸੂਲਿਨ ਦਾ ਪੱਤਾ ਆਪਾਂ ਦੇਖਿਆ ਉਹ ਖੱਟ ਮਿੱਠਾ ਹੁੰਦਾ, ਬਟ ਇਹ ਕਾਫੀ ਕੌੜਾ ਹੋਏਗਾ। ਔਰ ਇਸ ਨੂੰ ਖਾਣ ਤੋਂ ਬਾਅਦ ਕਾਫੀ ਦੇਰ ਤੱਕ ਤੁਸੀਂ ਚੀਨੀ ਵੀ ਖਾ ਲਓ, ਜ਼ਿਆਦਾ ਮਿੱਠਾ ਵੀ ਖਾ ਲਓ, ਉਹਦਾ ਸਵਾਦ ਹੀ ਨਹੀਂ ਆਏਗਾ। ਮੂੰਹ ਦਾ ਸਵਾਦ ਜਿਹੜਾ ਆ ਉਹ ਬਦਲ ਦੂਗਾ ਹੈਗਾ। ਬਿਲਕੁਲ, ਇਸੇ ਕਰਕੇ ਇਹਨੂੰ ਗੁੜਮਾਰ ਕਿਹਾ ਜਾਂਦਾ। ਅੱਜ ਕੱਲ ਜਿਹੜੀ ਸ਼ੂਗਰ ਹੈ ਉਹ ਲੋਕਾਂ ਦੀ ਇੰਨੀ ਵੱਧ ਚੁੱਕੀ ਆ ਕਿ ਮੋਟਾਪਾ ਸਾਨੂੰ ਨਜ਼ਰ ਆ ਰਿਹਾ। ਜੀ। ਬਹੁਤੇ ਡਾਕਟਰ ਵੈਦ ਕਹਿ ਦਿੰਦੇ ਆ ਮੋਟਾਪਾ ਵੇਖ ਕੇ ਵੀ ਸ਼ੂਗਰ ਚੱਕੀ ਫਿਰਦਾ ਹੈ, ਚੱਕੀ ਫਿਰਦਾ। ਤਾਂ ਉਹਦਾ ਇਹ ਹੱਲ ਹੈ। ਬਿਲਕੁਲ, ਦੇਖੋ ਸ਼ੂਗਰ ਨੂੰ ਕੰਟਰੋਲ ਕਰਨ ਲਈ ਇਹ ਬਹੁਤ ਵਧੀਆ ਚੀਜ਼ ਹੈ। ਇੱਕ ਮੋਟਾਪੇ ਦੇ ਅੱਜ ਕਈ ਕਾਰਨ ਨੇ। ਜੇ ਅਸੀਂ ਗੱਲ ਕਰ ਲਈਏ ਕਿ ਇੱਕ ਤਾਂ ਸਾਡਾ ਫੂਡ ਸਿਸਟਮ ਸਹੀ ਨਾ ਹੋਣਾ, ਉਹ ਵੀ ਕਿਤੇ ਨਾ ਕਿਤੇ ਮੋਟਾਪੇ ਦਾ ਕਾਰਨ ਹੈ। ਜੀ। ਸੋ ਨੈਕਸਟ ਬੂਟਾ ਜਿਹੜਾ ਹੈ ਆਮ ਵਾਈਲਡ ਸਾਡੇ ਉੱਗਦਾ, ਬਸੂਟੀ ਦਾ ਪੌਦਾ ਹੈ। ਸੋ ਜਿਹੜੇ ਬਸੂਟੀ ਦੇ ਫੁੱਲ ਨੇ ਉਹਨੂੰ ਐਜ਼ ਅ ਮੈਡੀਸਨ ਯੂਜ਼ ਕੀਤਾ ਜਾਂਦਾ। ਜਿੱਦਾਂ ਆਪਾਂ ਸ਼ੂਗਰ ਦੀ ਗੱਲ ਇਹਦੀ ਕੀਤੀ ਹੈ, ਇਹਦੇ ਫੁੱਲਾਂ ਨੂੰ ਵੀ ਸ਼ੂਗਰ ਲਈ ਵਰਤਿਆ ਜਾ ਸਕਦਾ। ਸੋ ਜਿੱਥੇ ਸਾਡੇ ਕੋਲ ਇਹ ਪੌਦੇ ਅਵੇਲੇਬਲ ਨਹੀਂ, ਉੱਥੇ ਕੁਝ ਜੰਗਲੀ ਪੌਦੇ ਨੇ ਜਿਹੜੇ ਸਾਡੇ ਆਮ ਉੱਗਦੇ ਨੇ, ਉਹਨਾਂ ਨੂੰ ਅਸੀਂ ਵਰਤ ਸਕਦੇ ਹਾਂ। ਦੇਖੋ ਹੁਣ ਸਜਾਵਟੀ ਪੌਦੇ ਅਸੀਂ ਬਹੁਤ ਲਗਾ ਰਹੇ ਹਾਂ,
ਮੈਂ ਆਪਣੀ ਗੱਲ ਕਰ ਲਾਂ ਤਾਂ ਮੇਰੀ ਆਪਣੀ ਡਿਗਰੀ ਫਲੋਰੀਕਲਚਰ ਲੈਂਡਸਕੇਪਿੰਗ 'ਚ ਹੈ। ਸੋ ਦੈਟ ਮੀਨਸ ਮੈਂ ਤਾਂ ਚਾਹਾਂਗਾ ਕਿ ਜਿਹੜੇ ਖੂਬਸੂਰਤੀ ਵਾਲੇ ਪੌਦੇ ਆ ਵੱਧ ਲਗਾਏ ਜਾਣ, ਕਿਉਂਕਿ ਮੈਂ ਗੱਲ ਜਿਹੜੀ ਬਦਲੀ ਹੈ ਉਹਦਾ ਕਾਰਨ ਇਹ ਹੈ ਕਿ ਜਿਹੜਾ ਆਪਣਾ ਅਗਲਾ ਪੌਦਾ ਹੈ ਉਹਨੂੰ ਸਜਾਵਟ ਲਈ ਵੀ ਵਰਤਿਆ ਜਾ ਸਕਦਾ ਹੈ, ਔਰ ਇਹਦੀਆਂ ਮੈਡੀਸਨਲ ਵੈਲਿਊ ਇੰਨੀਆਂ ਕੁ ਨੇ ਕਿ ਜਿਹੜਾ ਸੱਪ ਹੈ ਉਹਦੇ ਕੱਟੇ ਦੀ ਫਸਟ ਏਡ ਹੈ। ਸੋ ਨੈਕਸਟ ਜਿਹੜਾ ਆਪਣਾ ਪੌਦਾ ਹੈ ਇਹ ਸਰਪਗੰਧਾ ਹੈ। ਸੋ ਸਰਪਗੰਧਾ ਬੀਪੀ ਲਈ ਵੀ ਵਰਤਿਆ ਜਾਂਦਾ ਹੈ, ਔਰ ਸਰਪਗੰਧਾ ਜਿਹੜਾ ਹੈ ਸੱਪ ਦੇ ਕੱਟੇ ਦੀ ਫਸਟ ਏਡ ਵੀ ਹੈ। ਤੁਸੀਂ ਦੇਖ ਰਹੇ ਹੋ ਕਿੰਨੇ ਸੋਹਣੇ ਇਹਨੂੰ ਫਰੂਟ ਆਏ ਹੋਏ ਨੇ। ਸੋ ਅਗਰ ਅਸੀਂ ਇਹਨੂੰ ਗਮਲੇ 'ਚ ਲਾ ਕੇ ਰੱਖੀਏ ਤਾਂ ਇੱਕ ਔਰਨਾਮੈਂਟਲ ਪਲਾਂਟ ਵੀ ਹੈ ਤੇ ਇੱਕ ਮੈਡੀਸਨਲ ਪਲਾਂਟ ਵੀ ਹੈ। ਸੋ ਦੇਖੋ ਕਿੰਨੀਆਂ ਜਿਹੜੀਆਂ ਹੈਗੀਆਂ ਤੇ ਫਲ ਜਿਹੜੇ ਆ ਇਸ ਵਕਤ ਭਰੇ ਹੋਏ ਨੇ। ਔਰ ਇਹ ਜਿਹੜਾ ਪੌਦਾ ਹੈ ਇਹਨੂੰ ਸਰਪਗੰਧਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਇਹਦੀਆਂ ਜੜ੍ਹਾਂ ਪੱਟ ਕੇ ਸੁੰਘਾਂਗੇ ਤਾਂ ਜਿਸ ਤਰ੍ਹਾਂ ਸੱਪ ਹੁੰਦੇ ਆ ਉਦਾਂ ਦੀ ਸਮੈਲ ਆਏਗੀ। ਸਰਪ ਦਾ ਮਤਲਬ ਸੱਪ, ਗੰਧਾ ਦਾ ਮਤਲਬ ਸਮੈਲ। ਜੀ। ਮਤਲਬ ਹੁਣ ਵੈਦਾਂ ਹਕੀਮਾਂ ਕੋਲੇ ਬਹੁਤ ਸਾਰੀਆਂ ਜਿਹੜੀਆਂ ਜੜੀ ਬੂਟੀਆਂ ਸੱਪ ਦੇ ਕੱਟੇ ਦੇ ਇਲਾਜ ਦਾ ਸੀ, ਇੱਕ ਮਣੀ ਲਾਉਣੀ ਹੈ, ਇੱਕ ਇਹ ਜ਼ਿਆਦਾ ਫਾਇਦੇਮੰਦ ਹੈ। ਹਾਂਜੀ, ਦੇਖੋ ਇਹ ਮੈਂ ਕਲੀਅਰ ਕਰ ਦਿੰਦਾ ਕਿ ਇਹ ਇਲਾਜ ਨਹੀਂ ਹੁੰਦੇ, ਇਹ ਫਸਟ ਏਡ ਹੁੰਦੀ ਹੈ ਕਿ ਜਿਹੜਾ ਜ਼ਹਿਰ ਨੂੰ ਘਟਾ ਦਿੰਦੇ ਨੇ। ਔਰ ਬਾਕੀ ਜਿਹੜਾ ਹੈਗਾ ਆ ਡਾਕਟਰ ਕੋਲ ਸਾਨੂੰ ਜਾਣਾ ਹੀ ਚਾਹੀਦਾ ਹੈ। ਇਹ ਨਹੀਂ ਹੈ ਕਿ ਅਸੀਂ ਇਹਨੂੰ ਵਰਤ ਲਿਆ ਤਾਂ ਉਸ ਤੋਂ ਬਾਅਦ ਹੁਣ ਅਸੀਂ ਡਾਕਟਰ ਕੋਲ ਨਹੀਂ ਜਾਈਏ। ਇੱਕ ਫਸਟ ਏਡ ਆ ਜਿਹੜਾ ਜ਼ਹਿਰ ਨੂੰ ਸਪਰੈਡ ਹੋਣ ਤੋਂ ਰੋਕੇਗਾ। ਜੀ, ਮਤਲਬ ਮੁੱਢਲੀ ਸਹਾਇਤਾ ਵਜੋਂ ਬਹੁਤ ਸੋਹਣਾ ਬੂਟਾ ਜਿਹੜਾ ਤੁਸੀਂ ਦੇਖਿਆ ਹੈ ਕਿ ਵਾਕਈ ਇਹਨੂੰ ਪੀਲਾਂ ਵੀ ਲੱਗੀਆਂ ਹੋਈਆਂ ਆ, ਪੱਤੇ ਵੀ ਬਹੁਤ ਸੋਹਣੇ ਆ, ਸਜਾਵਟ ਪੱਖੋਂ ਵੀ ਪ੍ਰੋਫੈਸਰ ਸਾਹਿਬ ਨੇ ਦੱਸਿਆ ਆ, ਤਾਂ ਵਾਕਈ ਬਿਹਤਰ ਪੌਦਾ ਆ। ਅਗਲੇ ਪੌਦਿਆਂ ਵੱਲ ਨਹੀਂ ਆਉਂਦੇ ਆ ਜੀ। ਹਾਂਜੀ, ਦੇਖੋ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਇੱਕ ਰੇਡੀਓ ਤੇ ਅਸੀਂ ਬਹੁਤ ਐਡ ਸੁਣੀ ਹੈ, ਵੀਕੋ ਵਜਰਦੰਤੀ। ਸੋ ਇਹ ਜਿਹੜਾ ਪੌਦਾ ਹੈ ਵਜਰਦੰਤੀ ਦਾ ਪੌਦਾ ਹੈ। ਸੋ ਜਿੱਥੇ ਦੰਦਾਂ ਦੀਆਂ ਪ੍ਰੋਬਲਮਸ ਨੂੰ ਦੂਰ ਕਰਦਾ ਹੈ, ਇਹਦੀਆਂ ਜਿਹੜੀਆਂ ਟੁੱਥਪੇਸਟ ਬਣਦੀਆਂ ਨੇ, ਉੱਥੇ ਇਹਦੀ ਖਾਸ ਗੱਲ ਹੋਰ ਵੀ ਹੈ ਵਜਰਦੰਤੀ ਦੀ ਕਿ ਸਾਇੰਟੀਫਿਕ ਨੇਮ ਦੇਖੀਏ ਤਾਂ ਇਹਦਾ ਬਾਰਲੇਰੀਆ ਹੈ। ਤੇ ਬਾਰਲੇਰੀਆ ਦੀਆਂ ਕਾਫੀ ਸਪੀਸ਼ੀਜ਼ ਹਿਮਾਚਲ ਦੇ ਵਿੱਚ ਵੀ ਵਾਈਲਡ ਮਿਲਦੀਆਂ ਸਾਨੂੰ। ਇਹਦੇ ਜਿਹੜੇ ਫੁੱਲ ਨੇ ਜਦੋਂ ਸੁੱਕ ਜਾਂਦੇ ਨੇ ਤਾਂ ਉਹ ਫੋਰੈਸਟ ਫਾਇਰ ਦਾ ਕਾਰਨ ਬਣਦੇ ਨੇ। ਜੇ ਅਸੀਂ ਇਹਦੇ ਫੁੱਲ ਤੋੜ ਲਈਏ ਉਸ ਤੋਂ ਬਾਅਦ ਸੁਕਾ ਕੇ ਇਹਦੇ ਗ੍ਰੀਟਿੰਗ ਕਾਰਡ ਬਣਾਈਏ, ਜਿਹੜਾ ਕਿ ਸਾਡਾ ਹੁਣ ਨਵਾਂ ਪ੍ਰੋਜੈਕਟ ਸਾਡੇ ਕੋਲ ਆ ਚੁੱਕਾ ਹੈ, ਇਹਦੇ ਅਸੀਂ ਬਣਾਏ ਵੀ ਨੇ ਬੱਚਿਆਂ ਨੇ, ਤਾਂ ਉਹ ਗ੍ਰੀਟਿੰਗ ਕਾਰਡ ਇੰਨੇ ਕੁ ਸੋਹਣੇ ਬਣਦੇ ਨੇ, ਇਸ ਤਰ੍ਹਾਂ ਲੱਗਦਾ ਜਿੱਦਾਂ ਕਿਸੇ ਨੇ ਫੁਲਕਾਰੀ ਕੱਢੀ ਹੋਵੇ। ਸੋ ਜਿਹੜੇ ਵੇਸਟੇਜ ਆ ਉਹਨੂੰ ਅਗਰ ਅਸੀਂ ਯੂਟਿਲਾਈਜ਼ ਕਰਦੇ ਹਾਂ ਤਾਂ ਕਈ ਪ੍ਰੋਡਕਟ ਬਣਾ ਸਕਦੇ ਹਾਂ। ਜੀ ਜੀ ਅੱਗੇ ਚੱਲਦੇ ਹਾਂ ਜਰਾ। ਸੋ ਨੈਕਸਟ ਜਿਹੜਾ ਪੌਦਾ ਹੈ ਇਹਦੇ ਬਾਰੇ ਮੈਂ ਕਹਾਂ ਤਾਂ ਇਹ ਕਾਲਮੇਘ ਹੈ। ਉਹ ਜਦੋਂ ਤੁਸੀਂ ਰੀਸੈਂਟ ਲਿਟਰੇਚਰ ਇਹਦਾ ਚੈੱਕ ਕਰੋਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਪੌਦੇ ਦਾ ਜਿਹੜਾ ਇਲਾਜ ਆ ਉਹ ਏਡਜ਼ ਨੂੰ ਕੰਟਰੋਲ ਕਰਨ ਲਈ ਵੀ ਕੀਤਾ ਜਾ ਰਿਹਾ। ਹੈਰਾਨੀ ਦੀ ਗੱਲ ਹੈ। ਸੋ ਜਿਹੜਾ ਕਾਲਮੇਘ ਹੈ ਇਹਦੀਆਂ ਕਾਫੀ ਮੈਡੀਸਨਲ ਵੈਲਿਊ ਨੇ। ਇਹਦੇ ਨਾਲ ਹੀ ਮੈਨੂੰ ਇੱਕ ਪੌਦਾ ਹੋਰ ਦਿਖ ਰਿਹਾ, ਜਿੱਦਾਂ ਆਪਾਂ ਗੱਲ ਕਰ ਰਹੇ ਸੀ ਜਿਹੜੇ ਵਾਈਲਡ ਪੌਦੇ ਨੇ, ਜੰਗਲੀ ਉੱਗਦੇ ਨੇ, ਔਰ ਉਹਨਾਂ ਦੀਆਂ ਮੈਡੀਸਨਲ ਬੂਟੀਆਂ ਨੇ, ਵੈਲਿਊਜ਼ ਨੇ। ਸਪੈਸ਼ਲੀ ਇੱਧਰ ਤੁਸੀਂ ਦੇਖ ਰਹੇ ਹੋ ਇੱਟਾਂ ਦੇ ਨਾਲ ਲਾਲ ਰੰਗ ਦੇ ਪੱਤਿਆਂ ਵਾਲਾ ਇੱਕ ਪੌਦਾ ਹੈ। ਸੋ ਇਹ ਜਿਹੜਾ ਪੌਦਾ ਹੈ ਇਹਨੂੰ ਅਸੀਂ ਹਜ਼ਾਰਦਾਨੀ ਕਹਿੰਦੇ ਹਾਂ। ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਪੀਲੀਏ ਦਾ ਬਹੁਤ ਵਧੀਆ ਇਲਾਜ ਹੈ, ਇਹਨੂੰ ਆਲਮੋਸਟ 5 ਗ੍ਰਾਮ ਲੈ ਕੇ ਜਦੋਂ ਅਸੀਂ ਘੋਟ ਕੇ ਇਹਦੇ ਵਿੱਚ 1 ਜਾਂ 2 ਕਾਲੀਆਂ ਮਿਰਚਾਂ ਪਾ ਲੈਣੀਆਂ, ਕਿਉਂਕਿ ਕਾਫੀ ਜ਼ਿਆਦਾ ਠੰਡਾ ਹੁੰਦਾ, ਔਰ ਥੋੜਾ ਜਿਹਾ ਪਾਣੀ ਪਾ ਕੇ ਹਲਕੀ ਜਿਹੀ ਚੀਨੀ ਪਾ ਲੈਣੀ ਹੈ। ਚੀਨੀ ਇੱਕ ਸਵਾਦ ਲਈ, ਜਿਵੇਂ ਕਿਸੇ ਬੱਚੇ ਨੂੰ ਦੇਣਾ ਤਾਂ ਉਹ ਸਵਾਦ ਲਈ। ਜੇ ਇਹਨੂੰ ਅਸੀਂ ਪੀ ਲੈਂਦੇ ਹਾਂ ਤਾਂ 3 ਦਿਨਾਂ ਦੇ ਵਿੱਚ ਜਿਹੜਾ ਪੀਲੀਆ ਹੈ ਉਹ ਠੀਕ ਹੋ ਜਾਏਗਾ। ਜੇ ਸਪੋਜ਼ ਪੀਲੀਆ ਥੋੜਾ ਜਿਹਾ ਫੇਰ ਰਹਿ ਜਾਂਦਾ ਤਾਂ ਇਹਨੂੰ ਚੌਥੇ ਦਿਨ ਨਹੀਂ ਪੀਣਾ, ਫਿਰ ਹਫਤੇ ਬਾਅਦ ਫੇਰ ਸ਼ੁਰੂ ਕਰਨਾ, ਕਿਉਂਕਿ ਬਹੁਤ ਜ਼ਿਆਦਾ ਠੰਡਾ ਹੈ, ਨਹੀਂ ਤਾਂ ਫਿਰ ਬਾਏ ਦੀ ਜਿਹੜੀ ਪ੍ਰੋਬਲਮ ਹੈ ਉਹ ਸ਼ੁਰੂ ਹੋ ਜਾਏਗੀ। ਮੈਂ ਦਿਖਾਉਣਾ ਚਾਹੂੰਗਾ ਇੱਕ ਵਾਰੀ ਦਰਸ਼ਕਾਂ ਨੂੰ। ਆਮ ਤੌਰ ਦੇ ਉੱਤੇ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਹਾਂ, ਸਾਡੇ ਖੇਤਾਂ ਦੇ ਵੱਟ ਬੰਨਿਆਂ 'ਤੇ ਇਹ ਬੂਟੀ ਆਮ ਅੱਜ ਵੀ ਮਿਲਦੀ ਹੈ। ਬੇਸ਼ੱਕ ਮੈਂ ਫੇਰ ਉਹ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਅਸੀਂ ਰੇਹਾਂ ਸਪਰੇਆਂ ਪਾਈਆਂ ਆ, ਸਾਡੀ ਜਿਹੜੀ ਵਰਤੋਂ ਵਿੱਚ ਆਉਣ ਵਾਲੇ ਬਹੁਤ ਸਾਰੇ ਮੈਡੀਸਨ ਪਲਾਂਟ ਸੀਗੇ ਉਹ ਬਿਲਕੁਲ ਅਸੀਂ ਖਤਮ ਕਰ ਚੁੱਕੇ ਹਾਂ। ਪਰ ਹਜੇ ਵੀ ਜਿਹੜੀਆਂ ਸੁੱਚੀਆਂ ਧਰਤੀਆਂ, ਮੈਂ ਸੁੱਚੀ ਕਹੂੰਗਾ, ਜਿਹੜੀਆਂ ਜ਼ਹਿਰ ਮੁਕਤ ਹੈ, ਉੱਥੇ ਇਹ ਅਜੇ ਵੀ ਉੱਗ ਪੈਂਦੇ ਆ। ਸੋ ਲੋੜ ਹੈ ਕਿ ਅਸੀਂ ਇਹਨਾਂ ਨੂੰ ਬਚਾਈਏ। ਜੀ, ਤੁਸੀਂ ਦੇਖ ਰਹੇ ਹੋ ਕਿ ਮੇਰੇ ਕੋਲ ਜਿੰਨਾ ਵੀ ਤੁਸੀਂ ਗਾਰਡਨ ਦੇਖ ਰਹੇ ਹੋ, ਕਾਫੀ 'ਚ ਅਸੀਂ ਘਾਹ ਨੂੰ ਛੇੜਿਆ ਤੱਕ ਨਹੀਂ ਹੈ, ਔਰ ਈਵਨ ਕਈਆਂ ਦੇ ਉੱਤੇ ਤੁਹਾਨੂੰ ਸ਼ਾਇਦ ਛੋਟੇ ਛੋਟੇ ਕੀੜੇ ਵੀ ਦੇਖਣ। ਉਹਦਾ ਕਾਰਨ ਕੀ ਹੈ ਕਿ ਅਸੀਂ ਨਾ ਤਾਂ ਇੱਥੇ ਕੋਈ ਸਪਰੇਅ ਕਰਦੇ ਹਾਂ, ਤੇ ਦੂਜਾ ਕੀ ਹੈ ਕਿ ਇਹਨਾਂ ਨੂੰ ਨੈਚੁਰਲੀ ਅਸੀਂ ਗਰੋ ਕਰਦੇ ਹਾਂ, ਤੇ ਜਿਹੜੇ ਮੈਡੀਸਨਲ ਪੌਦੇ ਨੇ ਉਹਨਾਂ ਨੂੰ ਅਸੀਂ ਪੱਟਦੇ ਵੀ ਨਹੀਂ। ਨੈਕਸਟ ਪੌਦਾ ਗੱਲ ਕਰੀਏ, ਇਹ ਵੀ ਆਮ ਘਰਾਂ 'ਚ ਅਸੀਂ ਲਗਾਉਂਦੇ ਹਾਂ। ਸੋ ਇਹਨੂੰ ਸਦਾਬਹਾਰ ਕਿਹਾ ਜਾਂਦਾ ਹੈ। ਸਦਾਬਹਾਰ ਦੀ ਖਾਸ ਗੱਲ ਕੀ ਹੈ ਕਿ ਇਹਦੇ ਵੀ ਫੁੱਲ ਜਿਹੜੇ ਨੇ ਉਹ ਸ਼ੂਗਰ ਲਈ ਯੂਜ਼ ਕੀਤੇ ਜਾਂਦੇ ਨੇ। ਸੋ ਸ਼ੂਗਰ ਦੀ ਬਿਮਾਰੀ ਸਭ ਤੋਂ ਜ਼ਿਆਦਾ ਹੈ, ਤੇ ਸ਼ੂਗਰ ਦੇ ਇਲਾਜ ਸਾਡੇ ਘਰਾਂ 'ਚ ਕਿੰਨੇ ਕੁ ਨੇ ਉਹ ਆਪਾਂ ਹੁਣੀ ਦੇਖ ਚੁੱਕੇ ਹਾਂ ਕਿ ਘੱਟੋ ਘੱਟ ਚੌਥਾ ਪੰਜਵਾਂ ਪੌਦਾ ਹੈ ਜਿਹੜਾ ਅਸੀਂ ਸ਼ੂਗਰ ਦੇ ਇਲਾਜ ਲਈ ਵਰਤ ਸਕਦੇ ਹਾਂ। ਇਹ 2 ਤਰ੍ਹਾਂ ਦੇ ਨਹੀਂ ਹੁੰਦੇ, ਇੱਥੇ ਤਾਂ ਗੁਲਾਬੀ ਆ, ਇੱਕ ਚਿੱਟੇ ਰੰਗ 'ਚ ਵੀ ਹੁੰਦਾ, ਉਹਦਾ ਕੋਈ ਜ਼ਿਆਦਾ ਫਰਕ ਨਹੀਂ। ਹਾਂ ਠੀਕ ਹੈ, ਇਹਦੇ 'ਚ ਐਂਥੋਸਾਇਨਿਨ ਪਿਗਮੈਂਟਸ ਥੋੜੇ ਜ਼ਿਆਦਾ ਹੁੰਦੇ ਨੇ ਜਿਹੜੇ ਇੰਪੋਰਟੈਂਟ ਨੇ ਸਾਡੀ ਸਕਿਨ ਦੇ ਲਈ।
ਸੋ ਨੈਕਸਟ ਜਿਹੜਾ ਪੌਦਾ ਹੈ ਉਹ ਐਲੋਵੇਰਾ ਹੈ। ਸੋ ਆਪਣੀ ਲੋਕਲ ਭਾਸ਼ਾ 'ਚ ਇਹਨੂੰ ਅਸੀਂ ਕੁਆਰ ਕਹਿੰਦੇ ਹਾਂ। ਸੋ ਕੁਆਰ ਦੇ ਜਿੱਥੇ ਅਸੀਂ ਫੇਸ ਤੇ ਲਾਉਣ ਲਈ ਕੰਮ ਕਰਦੇ ਹਾਂ, ਜਾਂ ਇਹਦੀ ਕਈ ਜਣੇ ਸਬਜ਼ੀ ਵੀ ਬਣਾ ਕੇ ਖਾਂਦੇ ਨੇ। ਇੱਕ ਇੰਪੋਰਟੈਂਟ ਮੈਡੀਸਨਲ ਵੈਲਿਊ ਇਹਦੀ ਦੱਸਣਾ ਚਾਹਾਂਗਾ ਕਿ ਜ਼ਿਆਦਾਤਰ ਅੱਜ ਲੋਕਾਂ ਨੂੰ ਜਿਹੜੀ ਪ੍ਰੋਬਲਮ ਹੈ ਉਹ ਯੂਰਿਕ ਐਸਿਡ ਦੀ ਹੈ। ਕੀ ਕਿਹਾ ਜਾਂਦਾ ਕਿ ਇਹਦਾ ਯੂਰੀਆ ਵੱਧ ਗਿਆ। ਸੋ ਜਿਹਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ, ਅਗਰ ਐਲੋਵੇਰਾ ਦਾ ਜੈਲ ਖਾਂਦਾ ਜਾਂ ਇਹਦਾ ਜਿਹੜਾ ਹੈਗਾ ਜੂਸ ਪੀਂਦਾ, ਤਾਂ ਉਹ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰੇਗਾ। ਸੋ ਦੇਖ ਰਹੇ ਹਾਂ ਕਿ ਜਿੰਨੀਆਂ ਸਾਡੇ ਆਮ ਬਿਮਾਰੀਆਂ ਨੇ ਉਹ ਇਹਨਾਂ ਬੂਟਿਆਂ 'ਚੋਂ ਹੀ ਸਾਡਾ ਸਾਰੀਆਂ ਸੋਲਵ ਕਰ ਰਹੀਆਂ ਨੇ। ਨੈਕਸਟ ਜਿਹੜਾ ਪੌਦਾ ਅਸੀਂ ਵੇਲ ਦੇ ਰੂਪ 'ਚ ਦੇਖ ਰਹੇ ਹਾਂ, ਥੋੜ੍ਹੇ ਜਿਹੇ ਪੀਲੇ ਤੇ ਹਰੇ ਰੰਗ ਦੇ ਪੱਤੇ ਨੇ। ਸੋ ਇਹ ਮਗ ਦਾ ਬੂਟਾ ਹੈ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਜਦੋਂ ਸਾਨੂੰ ਖਾਂਸੀ ਛਿੜਦੀ ਸੀ ਤਾਂ ਸਾਡੇ ਬਜ਼ੁਰਗ ਕੀ ਕਰਦੇ ਸੀ, ਸ਼ਹਿਦ ਦੇ ਵਿੱਚ ਮਗ ਪਾ ਕੇ ਉਹਨੂੰ ਫਿਰ ਆਪਸ 'ਚ ਮਿਕਸ ਕਰਕੇ ਇਹ ਸਾਨੂੰ ਦਿੰਦੇ ਹੁੰਦੇ ਸੀ। ਮਗ ਉਹੀ ਮਸਾਲੇ 'ਚ ਲੰਬੀ ਜਿਹੀ, ਬਿਲਕੁਲ ਬਿਲਕੁਲ, ਕਾਲੀ ਮਿਰਚ ਵਰਗੀ ਲੰਬੀ। ਸੋ ਇਹ ਮਗਾਂ ਦੀਆਂ ਵੇਲਾਂ ਨੇ, ਇਹਨੂੰ ਮਗ ਲੱਗਦੇ ਨੇ ਤੇ ਇਹਨਾਂ ਨੂੰ ਫਿਰ ਜਿਹੜਾ ਹੈ ਖਾਂਸੀ ਲਈ ਵਰਤਿਆ ਜਾਂਦਾ ਹੈ। ਬਾਹਰ ਹੀ ਲੱਗਦੀ ਕੋਈ ਫਲੀ 'ਚ ਹੁੰਦੀ ਹੈ? ਨਹੀਂ, ਇਹ ਬਾਹਰ ਹੀ ਲੱਗਦੀ ਹੈ ਜੀ। ਜਿੱਦਾਂ ਕਾਲੀ ਮਿਰਚ ਲੱਗਦੀ ਹੈ ਉਦਾਂ ਹੀ ਇਹ ਲੰਬੀ ਲੱਗਦੀ ਹੈ। ਸ਼ਾਇਦ ਲੱਗੀ ਵੀ ਹੋਵੇ, ਦੇਖਣਾ ਪਏਗਾ। ਹਰੇ ਰੰਗ ਦੇ ਵਿੱਚ ਪਹਿਲਾਂ ਹੁੰਦੀ ਹੈ ਤੇ ਫਿਰ ਜਿੱਦਾਂ ਪੱਕਦੀ ਹੈ ਕਾਲੇ ਰੰਗ 'ਚ ਹੋ ਜਾਂਦੀ ਹੈ। ਪ੍ਰੋਫੈਸਰ, ਮੇਰੇ ਮਨ 'ਚ ਇੱਕ ਭਰਮ ਹੈ, ਮੈਂ ਇੱਕ ਵਾਰੀ ਫੇਰ ਕੁਵਾਰ ਦੇ ਉੱਤੇ ਵਾਪਸ ਲਿਆਉਣਾ ਆ। ਕੁਵਾਰ ਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਪ੍ਰੋਡਕਟ ਬੇਸਡ ਕੰਪਨੀਆਂ ਆ ਦਾਅਵੇ ਕਰਦੀਆਂ ਨੇ। ਮੈਂ ਬਿਨਾਂ ਕਿਸੇ ਕੰਪਨੀ ਦਾ ਨਾਮ ਲਊ ਕਹੂੰਗਾ ਕਿ ਬਹੁਤ ਸਾਰੀਆਂ ਕੰਪਨੀਆਂ ਸਾਡੇ ਕੋਲੇ ਅੰਤਰਰਾਸ਼ਟਰੀ ਪੱਧਰ ਦੀਆਂ ਆਈਆਂ ਜਿਹੜੀਆਂ ਦਾਅਵੇ ਕਰਦੀਆਂ ਹੈ ਕਿ ਇੰਡੀਆ ਦੇ ਵਿੱਚ ਵਧੀਆ ਕਿਸਮ ਦੀ ਕੁਵਾਰ ਨਹੀਂ ਹੁੰਦੀ, ਸਾਡੀ ਕੁਵਾਰ ਬਾਹਲੀ ਵਧੀਆ, ਉਹਦੇ ਤੋਂ ਉਹਨਾਂ ਨੇ ਆਪਣੇ ਪ੍ਰੋਡਕਟ ਤਿਆਰ ਕੀਤੇ ਆ। ਤਾਂ ਕੀ ਸਾਡੀਆਂ ਜਿਹੜੀਆਂ ਇੰਡੀਆ ਦੇ ਵਿੱਚ ਇੱਦਾਂ ਦੀਆਂ ਮਿਲਣ ਵਾਲੀਆਂ ਸਪੀਸੀਜ਼ ਨੇ ਕੁਵਾਰ ਦੀਆਂ, ਕੀ ਉਹ ਜ਼ਹਿਰੀਲੀਆਂ? ਨਹੀਂ, ਅਗਰ ਮੈਂ ਗੱਲ ਕਰਾਂ ਕਿ ਉਹਨਾਂ ਦੀ ਬਹੁਤ ਵਧੀਆ ਹੈ ਜਾਂ ਸਾਡੀ ਕੋਈ ਇਨਫੀਰੀਅਰ ਹੈ, ਇੱਦਾਂ ਦੀਆਂ ਗੱਲਾਂ ਬਹੁਤ ਘੱਟ ਨੇ। ਇਹ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਜਿਸ ਜਗ੍ਹਾ 'ਤੇ ਅਸੀਂ ਉਹਨੂੰ ਉਗਾਵਾਂਗੇ ਉਹਦਾ ਇਫੈਕਟ ਉਹਦੇ ਵਿੱਚ ਜ਼ਰੂਰ ਆਏਗਾ। ਮੈਂ ਐਗਜ਼ਾਮਪਲ ਦਿੰਦਾ ਕਿ ਜਿਵੇਂ ਮੈਂ ਇਹਨੂੰ ਉਗਾਵਾਂ ਜਿੱਥੇ ਫਰਟੀਲਾਈਜ਼ਰ ਯੂਜ਼ ਕੀਤੇ ਨੇ ਜਾਂ ਜਿੱਥੇ ਅਸੀਂ ਪੈਸਟੀਸਾਈਡ ਯੂਜ਼ ਕੀਤੇ ਨੇ, ਤਾਂ ਇਹਦੀਆਂ ਮੈਡੀਸਨਲ ਪ੍ਰੋਪਰਟੀਜ਼ ਡਿਫਰੈਂਟ ਹੋਣਗੀਆਂ, ਇਹਦੇ ਵਿੱਚ ਥੋੜ੍ਹਾ ਜਿਹਾ ਜ਼ਹਿਰੀ ਤੱਤ ਆਏਗਾ। ਇੱਕ ਇਹੀ ਐਲੋਵੇਰਾ ਮੈਂ ਉੱਥੇ ਲਗਾਉਂਦਾ ਜਿੱਥੇ ਕਦੇ ਕੋਈ ਸਪਰੇਅ ਨਹੀਂ ਵਰਤਿਆ ਗਿਆ, ਜਿੱਥੇ ਕੋਈ ਖਾਦਾਂ ਨਹੀਂ ਵਰਤੀਆਂ ਗਈਆਂ, ਤਾਂ ਉੱਥੇ ਕੀ ਹੈ, ਇਹਦੀ ਜਿਹੜੀ ਕੁਆਲਿਟੀ ਹੈ ਉਹ ਜ਼ਿਆਦਾ ਸੁਪੀਰੀਅਰ ਹੋਏਗੀ। ਸੋ ਇਹਨਾਂ ਦੇ ਜਿਹੜੇ ਅੰਦਰ ਕੰਟੈਂਟ ਨੇ ਉਹਨਾਂ 'ਚ ਉਦੋਂ ਫਰਕ ਪੈਂਦਾ ਹੈ ਜਦੋਂ ਅਸੀਂ ਇਹਨਾਂ ਉੱਤੇ ਸਪਰੇਅ ਕਰਾਂਗੇ, ਜਦੋਂ ਅਸੀਂ ਇਹਨਾਂ ਨੂੰ ਯੂਰੀਆ ਜਾਂ ਹੋਰ ਫਰਟੀਲਾਈਜ਼ਰ ਜਿਹੜੇ ਆ ਉਹ ਪਾਵਾਂਗੇ। ਇਹੀ ਚੀਜ਼ਾਂ ਅਗਰ ਅਸੀਂ ਦੇਖਦੇ ਹਾਂ ਕਿ ਜਦੋਂ ਐਲੋਵੇਰਾ ਨੂੰ ਤੁਸੀਂ ਹਾਇਰ ਐਲੀਵੇਸ਼ਨ 'ਤੇ ਲਗਾਉਂਦੇ ਹੋ, ਹਿਮਾਚਲ ਸਾਈਡ ਲਗਾਉਂਦੇ ਹੋ, ਤਾਂ ਉਹਦੀਆਂ ਪ੍ਰੋਪਰਟੀਜ਼ ਥੋੜ੍ਹੀਆਂ ਡਿਫਰੈਂਟ ਹੋਣਗੀਆਂ। ਜਦੋਂ ਪੰਜਾਬ 'ਚ ਲਗਾਵਾਂਗੇ ਥੋੜ੍ਹੀਆਂ ਡਿਫਰੈਂਟ ਹੋਣਗੀਆਂ। ਕਾਰਨ ਇੱਕ ਤਾਂ ਟੈਂਪਰੇਚਰ ਦਾ ਫਰਕ ਪੌਦੇ ਦੇ ਉੱਤੇ ਪੈਂਦਾ ਹੈ। ਇੱਕ ਆਮ ਕਿਹਾ ਜਾਂਦਾ ਹੈ ਕਿ ਜਿੱਥੇ ਦਿਨ ਤੇ ਰਾਤ ਦੇ ਟੈਂਪਰੇਚਰ ਦੇ ਵਿੱਚ 10 ਡਿਗਰੀ ਦਾ ਫਰਕ ਹੋਵੇ ਉਹ ਕੁਆਲਿਟੀ ਬੈਸਟ ਆਏਗੀ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਅੱਜ ਦੇ ਟੌਪਿਕ ਤੋਂ ਥੋੜ੍ਹਾ ਅਲੱਗ ਹੈ। ਸੇਬ ਦੀ ਗੱਲ ਕਰ ਲਈਏ, ਸੇਬ ਤੁਸੀਂ ਦੇਖੋਗੇ ਕਿ ਕਨੌਰ ਦਾ ਸੇਬ ਸਭ ਤੋਂ ਜ਼ਿਆਦਾ ਮਿੱਠਾ ਹੁੰਦਾ। ਕਾਰਨ ਕੀ ਹੈ, ਦਿਨ ਤੇ ਰਾਤ ਦੇ ਟੈਂਪਰੇਚਰ 'ਚ ਬਹੁਤ ਫਰਕ ਹੈ, ਜਿਹਦੇ ਕਰਕੇ ਉਹਦੇ 'ਚ ਮਿਠਾਸ ਬਣ ਰਹੀ ਹੈ। ਉਹਦਾ ਰੰਗ ਜਿਹੜਾ ਪ੍ਰੋਪਰ ਬਣ ਰਿਹਾ ਕਿਉਂਕਿ ਹਾਇਰ ਐਲੀਵੇਸ਼ਨ 'ਤੇ ਹੈ। ਸੋ ਜਿਹੜੀ ਕਹਿ ਲਓ ਕਿ ਲੋਕੇਸ਼ਨ ਹੈ ਉਹਦਾ ਫਰਕ ਤਾਂ ਪੈਂਦਾ, ਪਰ ਇਹ ਨਹੀਂ ਹੈ ਕਿ ਇਹ ਸਾਰਾ ਜਿਹੜਾ ਹੈਗਾ ਸਾਡਾ ਬੇਕਾਰ ਹੈ। ਸੋ ਥੋੜ੍ਹੀ ਬਹੁਤ ਫਰਕ ਜ਼ਰੂਰ ਹੋਏਗਾ, ਪਰ ਇਹ ਨਹੀਂ ਹੈ ਕਿ ਅਸੀਂ ਬਿਲਕੁਲ ਜ਼ਹਿਰ ਹੀ ਖਾ ਰਹੇ ਹਾਂ। ਜੀ ਜੀ, ਅੱਗੇ ਵੱਧਦੇ ਹਾਂ ਕੁਝ ਹੋਰ ਜੜੀ ਬੂਟੀਆਂ ਵਾਲੇ ਪਾਸੇ। ਹਾਂਜੀ, ਸੋ ਇਹ ਜਿਹੜਾ ਫੁੱਲ ਹੈ ਹਬਿਸਕਸ ਦਾ ਫੁੱਲ ਹੈ ਔਰ ਆਮ ਸਾਡੇ ਘਰਾਂ 'ਚ ਹੁੰਦਾ। ਇਹਦੇ ਬਾਰੇ ਮੈਂ ਦੱਸਦਾ ਕਿ ਕਿਸੇ ਨੇ ਮੈਨੂੰ ਇਹਦੀ ਚਾਹ ਅਫਰੀਕਾ ਦੀ ਗਿਫਟ ਕੀਤੀ। ਹੁਣ ਇਹਦੇ 'ਚ ਹੁੰਦਾ ਕੀ ਹੈ ਕਿ ਇਹਦੀਆਂ ਜਿਹੜੀਆਂ ਪੰਖੜੀਆਂ ਨੇ ਇਹਨਾਂ ਨੂੰ ਸੁਕਾ ਕੇ ਇਹਦੀ ਚਾਹ ਬਣਦੀ ਹੈ, ਔਰ ਜਿਹੜੀ ਇਹਦੀ ਚਾਹ ਹੈ ਉਹ 'ਚ ਜਿਹੜਾ ਹੈਗਾ ਕਾਫੀ ਤਰ੍ਹਾਂ ਦੇ ਜਿਹੜੇ ਤੱਤ ਹੈ ਉਹ ਮਿਲਦੇ ਨੇ, ਔਰ ਇਹ ਜਿਹੜੀ ਹੈ ਸਕਿਨ ਦੇ ਲਈ ਬਹੁਤ ਵਧੀਆ ਹੈ, ਔਰ ਇਹਦੀ ਚਾਹ ਦਾ ਟੇਸਟ ਖੱਟ ਮਿੱਠਾ ਆਉਂਦਾ। ਔਰ ਮੈਨੂੰ ਯਾਦ ਹੈ ਕਿ ਮੇਰੇ ਕੋਲ ਲੋਕੀ ਇਹਦੀ ਚਾਹ ਪੀਣ ਆਉਂਦੇ ਸੀ। ਇਸੇ ਤਰ੍ਹਾਂ ਇੱਕ ਫੁੱਲ ਦੀ ਹੋਰ ਗੱਲ ਕਰ ਲਾਂ ਕਿ ਸਰਦੀਆਂ ਦੇ ਵਿੱਚ ਇੱਕ ਆਮ ਫੁੱਲ ਆਉਂਦਾ ਸਾਡੇ ਕੋਲ, ਕੈਲੇਂਡੂਲਾ। ਕੈਲੇਂਡੂਲਾ ਨੂੰ ਜਦੋਂ ਤੁਸੀਂ ਦੇਖੋਗੇ ਤਾਂ ਫੋਰਨ ਕੰਟਰੀਜ਼ ਦੇ ਵਿੱਚ ਕੈਲੇਂਡੂਲਾ ਟੀ ਸਭ ਤੋਂ ਜ਼ਿਆਦਾ ਪੀਤੀ ਜਾਂਦੀ ਹੈ। ਉਹਨੂੰ ਸਾਡੇ ਗੁਲਸ਼ਰਫੀ ਕਿਹਾ ਜਾਂਦਾ। ਗੁਲਸ਼ਰਫੀ ਦਾ ਜਿਹੜਾ ਗੁਲਸ਼ਰਫੀ ਇਹ ਹੈ, ਜਿਹੜਾ ਕੈਲੇਂਡੂਲਾ ਉਹਨੂੰ ਪੋਟਿਡ ਮੈਰੀਗੋਲਡ ਕਿਹਾ ਜਾਂਦਾ। ਉਹਦੀ ਖਾਸ ਗੱਲ ਕੀ ਹੈ ਕਿ ਜਿਹੜਾ ਕੈਲੇਂਡੂਲਾ ਹੈ ਅੱਜ ਤੁਸੀਂ ਮੈਕਸੀਮਮ ਮੈਡੀਸਨਸ ਦੇ ਵਿੱਚ ਦੇਖੋਗੇ, ਸਪੈਸ਼ਲੀ ਅਗਰ ਤੁਸੀਂ ਹੋਮੋਪੈਥਿਕ ਮੈਡੀਸਨਸ ਦੇਖੋ ਤਾਂ ਮੈਕਸੀਮਮ ਦੇ ਵਿੱਚ ਉਹ ਫੁੱਲ ਵਰਤਿਆ ਜਾਂਦਾ ਹੈ। ਔਰ ਅਗਰ ਤੁਸੀਂ ਉਹਦੀ ਚਾਹ ਪੀਂਦੇ ਹੋ ਤਾਂ ਉਹ ਐਂਟੀ ਰਿੰਕਲਡ ਹੈ, ਮੂੰਹ ਤੇ ਝੁਰੜੀਆਂ ਛੇਤੀ ਨਹੀਂ ਆਉਣਗੀਆਂ। ਦੂਜੀ ਖਾਸ ਗੱਲ, ਹਾਂਜੀ, ਜਿਹਨੂੰ ਪੋਟਿਡ ਮੈਰੀਗੋਲਡ ਕਹਿੰਦੇ ਆ, ਕੈਲੇਂਡੂਲਾ ਕਹਿੰਦੇ ਆ।
ਨਹੀਂ, ਗੇਂਦੇ ਦੀ ਵੈਰਾਈਟੀ ਚੋਂ ਨਹੀਂ ਕਹਿ ਸਕਦੇ, ਉਹ ਅਲੱਗ ਹੈ, ਪਰ ਉਹਨੂੰ ਕਿਹਾ ਪੋਟਿਡ ਮੈਰੀਗੋਲਡ ਜਾਂਦਾ। ਉਹਦੀ ਖਾਸ ਗੱਲ ਕੀ ਹੈ ਕਿ ਉਹਦਾ ਜਿਹੜੀ ਮੈਡੀਸਨਲ ਵੈਲਿਊ ਹੈ ਉਹ ਇਹ ਹੈ ਕਿ ਜਦੋਂ ਤੁਸੀਂ ਉਹਨੂੰ ਕੰਜ਼ਿਊਮ ਕਰਦੇ ਹੋ ਜਾਂ ਉਹਨੂੰ ਜਿੱਥੇ ਸੱਟ ਲੱਗੀ ਹੈ ਉੱਥੇ ਯੂਜ਼ ਕਰਦੇ ਹੋ ਤਾਂ ਉਹ ਐਂਟੀਸੈਪਟਿਕ ਦਾ ਕੰਮ ਵੀ ਕਰਦਾ। ਸੋ ਕਈ ਫੁੱਲ ਵੀ ਇਦਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਮੈਡੀਸਨ ਦੇ ਪੱਖੋਂ ਵਰਤ ਸਕਦੇ ਹਾਂ। ਇਹ ਜਿਹੜਾ ਤੁਹਾਡੇ ਹੱਥ 'ਚ ਫੁੱਲ ਫੜਿਆ ਹੋਇਆ ਇਹਨੂੰ ਤਾਂ ਸਾਡੇ ਆਮ ਬੈਲ ਫਲਾਵਰ ਵੀ ਕਿਹਾ ਜਾਂਦਾ, ਇਹੋ ਹੀ ਚੀਜ਼ ਹੈ ਨਾ ਜੀ? ਹਾਂਜੀ, ਜੀ। ਚਾਈਨਾ ਰੋਜ਼ ਵੀ ਕਹਿੰਦੇ ਨੇ ਇਹਨੂੰ, ਬੈਲ ਫਲਾਵਰ ਵੀ ਕਿਹਾ ਜਾਂਦਾ ਹੈ। ਔਰ ਇਹਦੀ ਖਾਸ ਗੱਲ ਕੀ ਹੈ ਕਿ ਇਹਦੇ ਵਿੱਚ ਕਾਫੀ ਕਲਰ ਆਉਂਦੇ ਨੇ, ਬਟ ਬੈਸਟ ਜਿਹੜਾ ਹੈਗਾ ਉਹ ਰੈੱਡ ਕਲਰ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਜੀ। ਸੋ ਕਾਫੀ ਸਾਰੀਆਂ ਜਾਣਕਾਰੀਆਂ ਸਾਨੂੰ ਪ੍ਰੋਫੈਸਰ ਸਾਹਿਬ ਨੇ ਦੱਸ ਦਿੱਤੀਆਂ ਕਿ ਕਿੱਦਾਂ ਦੀਆਂ ਜੜੀ ਬੂਟੀਆਂ ਸਾਡੇ ਆਲੇ ਦੁਆਲੇ ਖੜੀਆਂ ਹੈ। ਇੱਕ ਪ੍ਰੋਜੈਕਟ ਦੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਪਿੰਡ ਤੁਸੀਂ ਅਡੋਪਟ ਕੀਤੇ ਆ ਉਹ ਕੀ ਪ੍ਰੋਜੈਕਟ ਹੈ, ਕੋਈ ਇਹਨਾਂ ਨਾਲ ਹੀ ਰਿਲੇਟਡ ਆ ਸਾਰੇ ਉਹ? ਦੇਖੋ, ਮੇਰੇ ਕੋਲ ਇਸ ਵਕਤ 2 ਪ੍ਰੋਜੈਕਟ ਨੇ ਜੀ। ਇੱਕ ਜਿਹੜੇ ਪਿੰਡ ਸਾਨੂੰ ਅਡੋਪਟ ਕੀਤੇ ਨੇ ਉਹ ਪਿੰਡ ਐਸੇ ਹੈਗੇ ਨੇ ਕਿ ਜਿਨ੍ਹਾਂ ਨੂੰ ਅਸੀਂ ਉਹਨਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨਾ, ਚਾਹੇ ਉਹ ਕੋਈ ਟੈਕਨੀਕਲ ਪ੍ਰੋਬਲਮ ਹੈ ਜਾਂ ਕੋਈ ਵੀ ਸਾਡੇ ਕੋਲ ਹੈਲਥ ਪ੍ਰੋਬਲਮ ਲੈ ਕੇ ਆਉਂਦਾ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਅਸੀਂ ਦੂਰ ਕਰੀਏ। ਅਤੇ ਜਿਹੜਾ ਦੂਜੇ ਪ੍ਰੋਜੈਕਟ ਦੀ ਗੱਲ ਕਰ ਰਹੇ ਹਾਂ ਉਹ ਆਲਮੋਸਟ 28 ਲੱਖ ਦਾ ਸਾਡੇ ਕਾਲਜ 'ਚ ਆ ਰਿਹਾ, ਮਤਲਬ ਉਹਦੀ ਅਪਰੂਵਲ ਹੋ ਚੁੱਕੀ ਆ, ਫੰਡਿੰਗ ਡਿਊ ਹੈ। ਉਹਦੇ ਵਿੱਚ ਕੀ ਹੈ ਕਿ ਫੁੱਲਾਂ ਤੋਂ ਅਸੀਂ ਕਾਫੀ ਤਰ੍ਹਾਂ ਦੇ ਪ੍ਰੋਡਕਟ ਬਣਾਉਣ ਜਾ ਰਹੇ ਹਾਂ। ਜਿਵੇਂ ਅਸੀਂ ਗੁਰਦੁਆਰਾ ਸਾਹਿਬ 'ਚ ਜਾਂ ਮੰਦਰਾਂ 'ਚ ਦੇਖਦੇ ਹਾਂ ਕਿ ਜਦੋਂ ਫੁੱਲ ਯੂਜ਼ ਕਰ ਲਏ ਜਾਂਦੇ ਨੇ ਤਾਂ ਉਹ ਵੇਸਟ ਹੋ ਜਾਂਦੇ ਨੇ। ਉਹਨਾਂ ਨੂੰ ਵੇਸਟ ਤੋਂ ਅਗਰਬੱਤੀਆਂ ਬਣਨਗੀਆਂ, ਕੱਪੜੇ ਡਾਈ ਹੋਣਗੇ, ਔਰ ਉਹਨਾਂ ਫੁੱਲਾਂ ਨੂੰ ਵਰਤ ਕੇ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਚਾਹਾਂ ਨੇ ਉਹ ਤਿਆਰ ਕੀਤੀਆਂ ਜਾਣਗੀਆਂ। ਇਸ ਤੋਂ ਬਿਨਾਂ ਉਹਨਾਂ ਵਿੱਚੋਂ ਜਿਹੜੇ ਹੈਗੇ ਆ ਕਾਫੀ ਪ੍ਰੋਡਕਟਸ, ਜਿਵੇਂ ਗ੍ਰੀਟਿੰਗ ਕਾਰਡ ਹੈ, ਡਰਾਈ ਫਲਾਵਰ ਕੈਂਡਲਸ ਹੈ, ਉਹ ਸਾਰੀਆਂ ਚੀਜ਼ਾਂ ਬਣਾਈਆਂ ਜਾਣਗੀਆਂ। ਵਾਕਈ ਬਹੁਤ ਵਧੀਆ ਪ੍ਰੋਜੈਕਟ ਹੈਗਾ ਔਰ ਮੈਂ ਉਮੀਦ ਕਰ ਸਕਦਾ ਹੈਗਾ ਕਿ ਇੱਕ ਹੋਰ ਵੱਡੀ ਜਿਹੜੀ ਆ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਜੂਗਾ ਇਹਦੇ ਤੋਂ, ਜਿਹੜੀ ਵੇਸਟ ਹੋ ਰਹੇ ਇਸ ਤਰੀਕੇ ਦੇ ਫੁੱਲ ਆ ਉਹ ਵੀ ਕਿਤੇ ਅਰਥ ਲੱਗ ਜਾਣਗੇ। ਬਹੁਤ ਵੱਡੀ ਗੱਲ। ਸੋ ਬਹੁਤ ਸ਼ੁਕਰੀਆ, ਅਸੀਂ ਗੱਲਬਾਤ ਕਰਦੇ ਰਹਾਂਗੇ। ਤੁਸੀਂ ਟਾਈਮ ਦਿੱਤਾ ਸਾਨੂੰ ਔਨ 에ਅਰ ਦੇ ਲਈ ਔਰ ਬਹੁਤ ਸਾਰੀ ਕੀਮਤੀ ਜਾਣਕਾਰੀ ਦਿੱਤੀ। ਤਾਂ ਇਹ ਪ੍ਰੋਗਰਾਮ ਦੇਖਣ ਤੋਂ ਬਾਅਦ ਉਮੀਦ ਕਰਦਾ ਹਾਂ ਕਿ ਤੁਸੀਂ ਹੁਣ ਆਪਣੇ ਆਲੇ ਦੁਆਲੇ ਖੜੋਤੀਆਂ ਹੋਈਆਂ ਉਹਨਾਂ ਸਾਰੀਆਂ ਜੜੀ ਬੂਟੀਆਂ ਨੂੰ ਪਛਾਣੋਗੇ ਤੇ ਉਹਨਾਂ ਤੋਂ ਲਾਹਾ ਵੀ ਲਓਗੇ। ਸੋ ਕਿਸ ਤਰੀਕੇ ਲੱਗਿਆ ਪ੍ਰੋਗਰਾਮ, ਇਸ ਬਾਰੇ ਸਾਨੂੰ ਜ਼ਰੂਰ ਦੱਸਣਾ। ਕੈਮਰਾ ਪਰਸਨ ਗਗਨਦੀਪ ਦੇ ਨਾਲ ਕਮਲਜੀਤ ਸਿੰਘ ਸਿੱਧੂ, ਔਨ 에ਅਰ।